ਆਮਰ ਸਾਹਿਬ ਲਿਆਓ, ਦੇਖ ਲਿਆਓ। ਤੁਹਾਡੀ ਬੇਈਮਾਨੀ ਇੱਕ ਉੱਥੇ ਇਹ ਬੇਈਮਾਨੀ ਤੁਸੀਂ ਕੋਟਾ ਸੁਣਾਇਆ, ਦੂਜੀ ਬੇਈਮਾਨੀ ਜਿਹੜੇ ਤੁਸੀਂ ਮੈਨੂੰ ਬੋਲਣ ਨਹੀਂ ਦੇ ਰਹੇ। ਮੇਰੀ ਗੱਲ ਸੁਣੋ, ਉਹ ਜਿਹੜੇ ਪੂਰੀ ਵੀਡੀਓ ਸੀ, ਪੂਰਾ ਪ੍ਰੋਗਰਾਮ ਜਿਹੜਾ ਹੋਇਆ ਮੈਂ ਥੱਲੇ ਸੁਣ ਰਿਹਾ ਸੀ, ਉਹ ਹੈ ਹੀ ਹਦੀਸਾਂ ਦੇ ਮੁਤੱਲਕ ਸੀ। ਔਰ ਇੱਥੇ ਔਰਤਾਂ ਨੂੰ ਮੁਰਾਦ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਆਪਣੀਆਂ ਅਜ਼ਵਾਜੇ ਮੁਤਖਰਾਤ ਸਨ, ਉਹਨਾਂ ਦਾ ਜ਼ਿਕਰ ਹੋ ਰਿਹਾ ਸੀ। ਤੁਹਾਡੀਆਂ ਮੇਰੀਆਂ ਔਰਤਾਂ ਨਹੀਂ ਸਨ। ਮੋਗੀ ਗੱਲ ਦੂਜੀ ਗੱਲ ਇਹ ਵੇ ਕਿ ਉਹ ਫਿਰ ਖੋਲ ਲੈਣੇ ਆ, ਉੱਥੇ ਨਾ ਇਹ ਗੱਲ ਲਿਖੀ ਹੋਵੇ ਕਿ ਉਹ ਆਪਣੀ ਬੀਵੀਆਂ ਨਾਲ ਹੈਜ਼ ਵਿੱਚ ਜਮਾ ਕਰਦੇ ਸਨ। ਅਗਰ ਸਬਰ ਨਹੀਂ ਸੀ ਕਰ ਸਕਦੇ ਨਹੀਂ ਸਬਰ ਦਾ ਆਮਰ ਸਾਹਿਬ ਗੱਲ ਸੁਣੋ, ਹੈਜ਼ ਦੇ ਵਿੱਚ ਅਗਰ ਇਹ ਅੱਛਾ ਤੁਸੀਂ ਸਬਰ ਦੇ ਲਫ਼ਜ਼ ਜੇ ਮੈਂ ਤੁਹਾਨੂੰ ਇੱਥੇ ਫੜ ਲਵਾਂ ਕਿ ਤੁਹਾਡੇ ਮੁਸਲਮਾਨਾਂ ਨੇ ਆਪ ਲਿਖਿਆ ਹੋਇਆ ਉਸ ਕਿਤਾਬ ਦੇ ਵਿੱਚ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਹੈਜ਼ ਦੇ ਵਿੱਚ ਆਪਣੀ ਔਰਤਾਂ ਕੋਲ ਜਾਂਦੇ ਹਨ, ਤਾਂ ਫਿਰ ਇਹ ਵੱਡੀ ਗੱਲ ਹੈ ਕਿ ਸਬਰ ਵਾਲਾ ਲਫ਼ਜ਼ ਵੱਡੀ ਹੈਜ਼ ਦੇ ਵਿੱਚ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਔਰਤਾਂ ਦੇ ਨਾਲ ਮੁਬਾਸ਼ਰਤ ਕਰਦੇ ਸਨ। ਉਹਦੇ ਤੋਂ ਮੁਰਾਦ ਇਹ ਵੇ ਕਿ ਉਹਨਾਂ ਦੇ ਜਿਸਮ ਨਾਲ ਜਿਸਮ ਲਾਉਂਦੇ, ਉਹਨਾਂ ਨੂੰ ਪਿਆਰ ਕਰਦੇ, ਜਿਹਨੂੰ ਅਸੀਂ ਪਿਆਰ ਲੈਣਾ ਕਹਿੰਦੇ ਆ। ਮੈਂ ਤੁਹਾਨੂੰ ਇਸੇ ਗੱਲ ਨੂੰ ਪਹਿਲਾਂ ਕਿਹਾ ਸੀ ਕਿ ਇਸ ਗੱਲ ਨੂੰ ਛੇੜੋ ਹੀ ਨਾ। ਇੱਕ ਮਿੰਟ ਜਿਹੜੀ ਉਹਨੇ ਬਕਵਾਸ ਕੀਤੀ ਹੈ, ਇਹ ਲਫ਼ਜ਼ ਤੁਸੀਂ ਵਹਾ ਸਕਦੇ ਹੋ ਕਿ ਨਬੀ ਪਾਕ ਸਬਰ ਨਹੀਂ ਸੀ ਕਰ ਸਕਦੇ? ਇਹ ਉਹਨੇ ਬਕਵਾਸ ਕੀਤੀ, ਮੇਰੇ ਨਬੀ ਨੂੰ ਉਹਨੇ ਗਾਲ ਕੱਢੀ ਹੈ। ਆਮਰ ਸਾਹਿਬ ਅਗਰ ਮੈਨੂੰ ਪਤਾ ਨਹੀਂ ਆ ਕਿਵੇਂ ਹਵਾਲਾ ਲਾਉਂਦੇ ਨੇ, ਮਿਹਰਬਾਨੀ ਕਰੋ ਜੀ ਤੁਸੀਂ ਨਹੀਂ ਤੁਸੀਂ ਇਹ ਹਵਾਲਾ ਲੈ ਆਵੋ। ਮੇਰੀ ਗੱਲ ਸੁਣੋ, ਹਵਾਲਾ ਮੈਂ ਲਵਾ ਲਾਂਗਾ। ਤੁਸੀਂ ਇਹ ਹਵਾਲਾ ਲੈ ਆਵੋ ਇਬਨ ਮਾਜਾ ਚੋਂ। ਜੇ ਮੈਂ ਲਵਾਂਗਾ ਹਵਾਲਾ, ਮੈਂ ਤੁਹਾਨੂੰ ਜਾਇਜ਼ ਦੱਸਾਂਗਾ, ਕੋਈ ਮਸਲਾ ਨਹੀਂ। ਤੁਸੀਂ ਲੈ ਆਵੋ ਹਵਾਲਾ। ਮੇਰੇ ਕੋਲ ਹੈ ਨਹੀਂ ਨਾ ਇਸ ਟਾਈਮ, ਮੈਨੂੰ ਅੱਛਾ ਆਮਰ ਭਾਈ ਇੱਕ ਸੈਕਿੰਡ ਇਸ ਗੱਲ ਇੱਕ ਮਿੰਟ ਯਾਰ ਨਜਫ, ਇੱਕ ਮਿੰਟ ਤੁਸੀਂ ਰੈਫਰੈਂਸ ਤੇ ਲੈ ਆਵੋ ਨਾ। ਮੈਂ ਇਬਨ ਮਾਜਾ ਮੇਰੇ ਕੋਲ ਖੁੱਲੀ ਪਈ ਏ। ਇਬਨ ਮਾਜਾ ਸੀ ਉਹ ਕਿਤਾਬ, ਉਹਦੀ ਜਿਲਦ ਨੰਬਰ 2 ਮੇਰੇ ਕੋਲ ਪਈ ਏ। ਮੇਰੇ ਕੋਲ ਇਬਨ ਮਾਜਾ ਏ, ਨਸਾਈ ਏ, ਤਿਰਮਜ਼ੀ ਏ, ਅਬੂ ਦਾਊਦ ਏ। ਤੁਸੀਂ ਦੱਸੋ ਹਦੀਸ ਦਾ ਸਿਰਫ ਨੰਬਰ ਲੈ ਆਵੋ, ਨੂੰ ਆਖੋ ਕਿਹੜੀ ਹਦੀਸ ਚ ਲਫ਼ਜ਼ ਲਿਖਿਆ ਕਿ ਨਬੀ ਪਾਕ ਸਬਰ ਨਹੀਂ ਸੀ ਕਰ ਸਕਦੇ। ਮੈਂ ਉਹਦਾ ਕੋਈ ਸਕਰੀਨਸ਼ਾਟ ਨਹੀਂ ਲਿਆ, ਨਾ ਰਿਕਾਰਡਿੰਗ ਕੀਤੀ ਸੀ ਮੈਂ। ਮੈਨੂੰ ਪਤਾ ਵੇ ਕਿ ਹਦੀਸ ਜਿਹੜੀ ਏ ਉਹ ਕੁਰਾਨ ਨਾਲ ਟਕਰਾ ਰਹੀ ਏ, ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲਾਂ ਨਾਲ ਟਕਰਾ ਰਹੀ ਏ, ਇਸ ਲਈ ਉਹ ਭਾਈ ਮੇਰਾ ਸਵਾਲ ਹੈ ਨਹੀਂ ਸਾਈ ਸਾਹਿਬ ਇੱਧਰ ਉੱਧਰ ਨਾ ਜਾਓ, ਕੁਰਾਨ ਨਾਲ ਟਕਰਾ ਰਹੀ ਹੈ। ਮੇਰਾ ਸਵਾਲ ਹੈ ਕਿ ਅਗਰ ਇਹ ਹਦੀਸ ਵਿੱਚੋਂ ਲਫ਼ਜ਼ ਕੱਢ ਕੇ ਵਹਾ ਦਿਓ ਕਿ ਨਬੀ ਪਾਕ ਸਬਰ ਨਹੀਂ ਸੀ ਕਰ ਸਕਦੇ, ਤੇ ਮੈਂ ਤੁਹਾਨੂੰ 300 ਯੂਰੋ ਵੀ ਦਿਆਂਗਾ, ਮਾਫੀ ਵੀ ਮੰਗਾਂਗਾ। ਜੇ ਇਹ ਲਫ਼ਜ਼ ਨਾ ਨਿਕਲੇ, ਮੇਰੀ ਗੱਲ ਸੁਣੋ, ਇਹਦੇ ਉਲਟ ਮੈਂ ਲਫ਼ਜ਼ ਕੱਢ ਕੇ ਵਹਾ ਦਿਆਂਗਾ। ਇਹਦੇ ਉਲਟ ਮੈਂ ਲਫ਼ਜ਼ ਹਦੀਸ ਚੋਂ ਕੱਢ ਕੇ ਵਹਾ ਦਿਆਂਗਾ। ਆਮਰ ਸਾਹਿਬ ਮੇਰੀ ਗੱਲ ਸੁਣੋ, ਜਿਵੇਂ ਤੁਸੀਂ ਤਮਹੀਦ ਬੰਨੀ ਸੀ ਨਾ ਕਿ ਉਹ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਔਰਤਾਂ ਨਾਲ ਆਪਣੀ ਵਾਈਫ ਨਾਲ ਜਮਾ ਨਹੀਂ ਸੀ ਕਰਦੇ, ਉਹਨਾਂ ਦੇ ਨਾਲ ਪਿਆਰ ਕਰਦੇ ਸਨ, ਇਸੇ ਤਰ੍ਹਾਂ ਹੀ ਉਹਨੇ ਵੀ ਉਹਨੂੰ ਤੰਜ਼ ਕਰਨ ਵਾਸਤੇ ਇਹ ਗੱਲ ਕੀਤੀ, ਗੱਲ ਕਹੀ ਹੋਏਗੀ ਕਿ ਉਹਨਾਂ ਕੋਲ ਸਬਰ ਨਹੀਂ ਸੀ ਹੋਇਆ। ਇਹ ਲਫ਼ਜ਼ ਕੀ ਹੋਏਗੀ ਨਹੀਂ, ਕਹੀ ਹੋਏਗੀ ਨਹੀਂ। ਇਹ ਸੁਣ ਲਓ ਇਸ ਹਰਾਮਜ਼ਾਦੇ ਨੇ ਕੀ ਬਕਵਾਸ ਕੀਤੀ, ਸੁਣो। नकले कुफ्र नबाशिद, मैं ये रिकॉर्ड भी कर रहा हूँ, कोई मेरी ऑडियो इस्तेमाल ना करे। नकले कुफ्र नबाशिद वो कहते हैं कि हैस में भी वो सब्र नहीं कर सकते थे, इतनी औरतें पसंद थी। कौन कहता है? किसने कहा है? ये हम पूछ रहे हैं, किसने ये कहा है कि वो हैज में सब्र नहीं कर सकते थे? ਆਮਰ ਸਾਹਿਬ ਅਗਰ ਤੇ ਤੁਸੀਂ ਇਹ ਗੱਲ ਲਿਖੀ ਹੋਈ ਹੈ ਤੁਹਾਡੇ ਮੁਸਲਮਾਨਾਂ ਨੇ ਉਸ ਕਿਤਾਬ ਦੇ ਵਿੱਚ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਹੈਜ਼ ਦੇ ਦੌਰਾਨ ਵੀ ਆਪਣੀ ਬੀਵੀਆਂ ਕੋਲ ਜਾਂਦੇ ਸਨ, ਤੇ ਇਹਦਾ ਮਤਲਬ ਫਿਰ ਇਹੀ ਬਣਦਾ ਨਾ ਉਹ ਸਬਰ ਨਹੀਂ ਸੀ ਕਰ ਸਕਦੇ। ਇਹਦਾ ਮਤਲਬ ਹੈ ਕੱਢਿਆ ਜੇ। ਆਮਰ ਸਾਹਿਬ ਮੇਰੀ ਗੱਲ ਸੁਣੋ, ਜਦੋਂ ਕੋਈ ਬੰਦਾ ਹੈ ਇਹਦਾ ਮਤਲਬ ਹੈ ਕੱਢਿਆ ਜੇ, ਇਹਦਾ ਮਤਲਬ ਹੈ ਕੱਢਿਆ ਜੇ। ਆਮਰ ਸਾਹਿਬ ਇਹਦਾ ਮਤਲਬ ਹੋਰ ਨਿਕਲਦੇ ਕੀ ਹੈ ਫਿਰ, ਜਦੋਂ ਇੱਕ ਔਰਤ ਨੂੰ ਹੈਜ਼ ਆਇਆ ਤੇ ਤੁਸੀਂ ਆਪ ਗੱਲ ਕੀਤੀ ਹੋਈ। ਮੈਂ ਤਾਂ ਹੀ ਆਨਾ ਸਾਈ ਸਾਹਿਬ, ਮੈਂ ਤਾਂ ਹੀ ਆਨਾ ਕਿ ਇਹ ਹਰਾਮ ਦੀ ਜ਼ੁਰੀਅਤ ਛੱਡ ਗਿਆ ਸਾਡੇ ਵਾਸਤੇ। ਆਪ ਮਰ ਗਿਆ, ਗੰਦ ਸਾਡੇ ਵਾਸਤੇ ਛੱਡ ਗਿਆ। ਕੌਣ ਛੱਡ ਗਿਆ? ਮਿਰਜ਼ਾ ਕਾਦੀਆਨੀ ਦਜਾਲ, ਜਦੋਂ ਹੈਜ਼ ਆਇਆ ਮਿਰਜ਼ਾ ਕਾਦੀਆਨੀ ਇਹ ਗੰਦੀ ਜ਼ੁਰੀਅਤ ਛੱਡ ਗਿਆ। ਇਹ ਮੈਂ ਨਾ ਨਿਕਲਦਾ। ਮੈਂ ਤੁਹਾਨੂੰ ਹਦੀਸ ਦੇ ਲਫ਼ਜ਼ ਇੱਕ ਮਿੰਟ ਸੁਣੋ। ਲਿਖੀ ਕਿਉਂ ਹੈ? ਤੁਸੀਂ ਗੱਲ ਲਿਖੀ ਕਿਉਂ ਸੀ? ਆਮਰ ਭਾਈ ਇਹ ਗੱਲ ਮੁੱਕ ਗਈ ਇੱਥੇ। ਇਹ ਹੈ ਹੀ ਇੱਕ ਮਿੰਟ ਲੁਕਮਾਨ ਸਾਈ ਸਾਹਿਬ, ਤੁਹਾਡੀਆਂ ਕਿਤਾਬਾਂ ਨੇ, ਤੁਹਾਡੀਆਂ ਲੁਕਮਾਨ ਸਾਈ ਸਾਹਿਬ ਇੱਕ ਮਿੰਟ ਹੁਣ ਚੁੱਪ ਕਰੋ, ਹੁਣ ਚੁੱਪ ਕਰੋ। ਤੁਹਾਡੇ ਮੂੰਹੋਂ ਲਫ਼ਜ਼ ਨਿਕਲੇ ਨੇ। ਆਮਰ ਸਾਹਿਬ ਤੁਸੀਂ ਮੈਨੂੰ ਨਾ ਆਪਣੇ ਨਾਲ ਗੱਲ ਕਰਨ ਦਿਓ, ਇਸ ਬੰਦੇ ਨੂੰ ਚੁੱਪ ਕਰਾਓ। ਨਜਫ ਸਾਹਿਬ ਛੱਡ ਦਿਓ ਨਜਫ ਸਾਹਿਬ ਚੁੱਪ ਕਰੋ। ਹਾਂਜੀ ਇਹ ਇਸ ਤਰ੍ਹਾਂ ਨਹੀਂ ਨਾ, ਤੁਸੀਂ ਸਾਰੇ ਸ਼ੁਰੂ ਹੋ ਜਾਂਦੇ ਹੋ। ਮੈਂ ਤੁਹਾਨੂੰ ਫਿਰ ਇਹ ਅਰਜ਼ ਕਰਨਾ, ਮੈਨੂੰ ਪਤਾ ਤੁਸੀਂ ਮੇਰੀ ਰਿਕਾਰਡਿੰਗ ਕਰ ਰਹੇ ਹੋ, ਮੈਂ ਤੁਹਾਨੂੰ ਉਹ ਤੇ ਆਟੋਮੈਟਿਕ ਹੁੰਦੀ ਹੈ ਟਿਕਟੌਕ ਤੇ, ਮੈਂ ਨਹੀਂ ਕਰਦਾ, ਆਟੋਮੈਟਿਕ ਹੁੰਦੀ ਹੈ। ਮੈਂ ਤੁਹਾਨੂੰ ਫਿਰ ਇਹ ਅਰਜ਼ ਕਰ ਦਿੰਨਾ, ਬੇਈਮਾਨੀ ਨਾ ਕਰਿਆ ਜੇ, ਯਹੂਦੀਆਂ ਨੇ ਕੰਮ ਨਾ ਕਰਿਆ ਜੇ, ਅੱਲਾਹ ਕੋਲ ਡਰਿਆ ਜੇ। ਜੇ ਮੇਰੀ ਗੱਲ ਲਾਣੀ ਹੈ ਤੇ ਪੂਰੀ ਲਾਇਆ ਜੇ, ਵਿੱਚ ਟੋਟਾ ਨਾ ਕੱਟਿਆ ਜੇ। ਮੈਂ ਇਹ ਅਰਜ਼ ਕਰ ਰਿਹਾ ਵਾਂ ਕਿ ਉਸ ਬੰਦੇ ਨੇ ਤੁਹਾਡੇ ਮੁਸਲਮਾਨਾਂ ਦੀ ਛਾਪੀ ਹੋਈ ਕਿਤਾਬ ਸੁਨਨੇ ਇਬਨ ਮਾਜਾ ਦਾ ਵਰਕਾ ਸਾਹਮਣੇ ਵੀਡੀਓ ਤੇ ਲਾਇਆ। ਉਹਨੇ ਕਿਹਾ ਤੁਹਾਡੇ ਮੁਸਲਮਾਨ ਮੌਲਵੀਆਂ ਨੇ ਇਹ ਲਿਖਿਆ ਵਿੱਚ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਸਨ ਆਪਣੀ ਜਿਹੜੀ ਵਾਈਫ ਸਨ, ਉਹਨਾਂ ਨੂੰ ਉਹਨਾਂ ਦੇ ਪੀਰੀਅਡ ਦੇ ਦੌਰਾਨ ਉਹਨਾਂ ਦੇ ਨਾਲ ਤਲਕ ਕਾਇਮ ਕਰਦੇ ਸਨ ਜਿਸਮਾਨੀ। ਠੀਕ ਹੈ, ਕਿਹੜੇ ਤਲਕ?
ਮੀਆਂ ਬੀਵੀ ਦੇ ਕਿਹੜੇ ਤਲਕ ਹੁੰਦੇ ਨੇ? ਮੈਂ ਉਹੀ ਤਾਂ ਤੁਹਾਨੂੰ ਪਿਆ ਨਾ ਵੀ ਜੇ ਤੁਹਾਨੂੰ ਨਹੀਂ ਪਤਾ ਤੇ ਸਾਨੂੰ ਪੁੱਛ ਲਓ ਮੁਸਲਮਾਨਾਂ ਨੂੰ ਕਿ ਅਸੀਂ ਵੀ ਆਪਣੀਆਂ ਨਬੀਆਂ ਨਾਲ ਆਪਣੀਆਂ ਬੀਵੀਆਂ ਨਾਲ ਮੁਬਾਸ਼ਰਤ ਕਰਨੇ ਆ ਰੋਜ਼ੇ ਦੇ ਦੌਰਾਨ। ਮੈਂ ਵੀ ਕਰਨਾ, ਡਾਕਟਰ ਹੋਲੀ ਸਪਿਰਿਟ ਵੀ ਕਰਦਾ, ਨਜਫ ਬਾਦ ਅਸੀਂ ਸਾਰੇ ਕਰਨੇ ਆ। ਉਹ ਮੁਬਾਸ਼ਰਤ ਤੋਂ ਮੁਰਾਦ ਜੁਮਾ ਨਹੀਂ, ਉਹ ਮੁਬਾਸ਼ਰਤ ਉਹਨਾਂ ਨਾਲ ਕਿਸ ਕਰਨਾ ਹੈ, ਉਹ ਮੁਬਾਸ਼ਰਤ ਉਹਨਾਂ ਨੂੰ ਗਲੇ ਲਗਾਣਾ ਹੈ। ਇਸ ਹਰਾਮਜ਼ਾਦੇ ਨੂੰ ਅਗਰ ਨਹੀਂ ਪਤਾ, ਇਹ ਮੇਰੀ ਗੱਲ ਸੁਣੋ, ਆਮਰ ਸਾਹਿਬ ਮੁਬਾਸ਼ਰਤ ਅਸੀਂ ਕਰਨੇ ਆ ਸਾਰੇ, ਅਸੀਂ ਸਾਰੇ ਆਪਣੇ ਬੀਆਂ ਨਾਲ ਰੋਜ਼ਿਆਂ 'ਚ ਮੁਬਾਸ਼ਰਤ ਕਰਨੇ ਆ, ਆਮਰ ਸਾਹਿਬ ਲੇਕਿਨ ਮੁਬਾਸ਼ਰਤ ਤੋਂ ਮੁਰਾਦ ਜਮਾ ਨਹੀਂ, ਇੰਟਰਕੋਰਸ ਨਹੀਂ। ਆਮਰ ਸਾਹਿਬ ਜੇ ਅਗਰ ਇਹ ਵੀ ਉਥੋਂ 99% ਉਸ ਤਹਿਰੀਰ ਤੋਂ ਸਾਬਤ ਹੁੰਦਾ ਹੋਵੇ ਕਿ ਜਿਸਮਾਨੀ ਤਲਕ ਹੀ ਹੈ, ਤੇ ਫਿਰ ਕੀ ਕਰੋਗੇ? ਜੇ ਜਿਸਮਾਨੀ ਤਲਕ ਜਿਹਨੂੰ ਇੰਟਰਕੋਰਸ ਪਿਆਂਦੇ ਹੋ, ਜੇ ਇਹ ਸਾਬਤ ਕਰ ਦਿਓ ਮੈਂ ਤੁਹਾਨੂੰ ਮੂੰਹ ਮੰਗਿਆ ਨਾਮ ਦਿਆਂਗਾ, ਨਹੀਂ ਤਾਂ ਮਤਾਈਏ ਛੱਡ ਦੇਣਾ। ਇੱਕ ਮਿੰਟ ਅਗਰ ਨਾ ਸਾਬਤ ਕਰ ਸਕੇ ਤੁਸੀਂ ਅੱਜ ਮਤਾਈਏ ਛੱਡ ਦੋਗੇ? ਉਸ ਤਹਿਰੀਰ ਤੋਂ 99% ਇਹ ਸਾਬਤ ਹੋ ਜਾਵੇ। ਉਹ ਭਾਈ ਤੁਸੀਂ ਜੋ ਸਾਬਤ ਇਹੋ ਹੀ ਤੇ ਮੈਂ ਪਿਆਨਾ ਨਾ, ਜੋ ਤੁਸੀਂ ਸਾਬਤ ਵੀ ਕਰਦੇ ਹੋ ਇਹ ਸਾਬਤ ਨਹੀਂ ਹੁੰਦਾ। ਤੁਸੀਂ ਲਾਓ ਫਿਰ ਨਾ ਤੁਹਾਡੀ ਲੁਕਮਾਨ ਸਾਈ ਸਾਹਿਬ ਮੇਰੀ ਗੱਲ ਸੁਣ ਲਓ, ਸੁਣ ਲਓ ਗੱਲ। ਮੈਂ ਤੁਹਾਨੂੰ ਪਿਆਨਾ ਕਿ ਇਹ ਹਦੀਸ ਤੋਂ ਸਾਬਤ ਨਹੀਂ ਹੁੰਦਾ ਜੋ ਤੁਸੀਂ ਪਿਆਂਦੇ ਹੋ। ਇਹ ਉਹ ਬੰਦਾ ਹਰਾਮਜ਼ਾਦਗੀ ਪਿਆ ਕਰਦਾ ਹੈ, ਸਾਡੇ ਨਬੀ ਤੇ ਕੁੱਤੇ ਭੌਂਕਦੇ ਨੇ ਪਏ, ਮਿਰਜ਼ਾ ਕਾਦੀਆਨੀ ਦੀ ਛੱਡੇ, ਸਿਰਫ ਇੰਨੀ ਗੱਲ ਹੈ। ਉਹ ਤੁਹਾਡੇ ਵੱਡੇ ਭੌਂਕ ਕੇ ਗਏ ਨੇ ਜਿਨ੍ਹਾਂ ਨੇ ਹਦੀਸ ਲਿਖੀ ਹੈ। ਜੇ ਸਾਡੇ ਵੱਡਿਆਂ ਨੇ ਇਹ ਲਫ਼ਜ਼ ਲਿਖੇ ਹਨ ਤੇ ਅਸੀਂ ਮਾਫੀ ਵੀ ਮੰਗਾਂਗੇ, ਆਖਿਆ ਮੌਕੇ ਤੇ ਤੁਹਾਨੂੰ 300 ਯੂਰੋ ਵਾਪਸ ਕਰ ਦੇਵਾਂਗੇ ਜਿਹੜਾ ਜੁੱਤਿਆਂ ਨੂੰ ਤੇਰੇ ਕੋਲ। ਉਹ ਫਿਰ ਉਹਨਾਂ ਨੂੰ ਕਹੋ ਕਿ ਉਹ ਕੱਢਣ ਕੀ ਕੱਢਣ ਕਰੋ ਵਿੱਚੋਂ ਕੱਢੋ। ਇਹ ਲਫ਼ਜ਼ ਜਿਹੜੇ ਉਹ ਹਰਾਮਜ਼ਾਦਾ ਪਿਆ ਬੋਲਦਾ ਹੈ ਇਹ ਮੌਜੂਦ ਨਹੀਂ ਹੈ। ਜੇ ਸਾਈ ਸਾਹਿਬ ਇਹ ਵਜ਼ਾਤ ਅਮਰ ਭਾਈ ਇੱਕ ਮਿੰਟ ਅਮਰ ਭਾਈ, ਜਿਹੜੀ ਵਜ਼ਾਤ ਅਮਰ ਭਾਈ ਨੇ ਹਦੀਸ ਦੀ ਪੇਸ਼ ਕੀਤੀ, ਇਹ ਵਜ਼ਾਤ ਤੁਹਾਡੇ ਘਰੋਂ ਵਿਖਾ ਦੇਵਾਂ ਤੇ ਕੀ ਲਾਓਗੇ ਫਿਰ? ਉਹ ਮੈਂ ਤੇ ਤੁਹਾਨੂੰ ਕਹਿ ਕੋਈ ਰਿਹਾ ਲਾਂਦੇ ਹੋ ਮੇਰੇ ਨਾਲ ਇਸ ਤੇ? ਸਰ ਜੀ ਮੈਂ ਤੇ ਤੁਹਾਨੂੰ ਕਹਿ ਰਿਹਾ ਹਦੀਸ ਇਹ ਹੋਏਗੀ, ਵਜ਼ਾਤ ਤੁਹਾਡੇ ਘਰੇ ਦੀ ਹੋਏਗੀ ਤੇ ਵਜ਼ਾਤ ਹੋਏਗੀ ਜਿਹੜੀ ਅਸਾਂ ਬਿਆਨ ਕੀਤੀ ਹੈ, ਫਿਰ ਕੀ ਕਰੋਗੇ? ਉਹ ਨਹੀਂ ਮੰਨਣੀ ਤੁਸੀਂ। ਮੈਂ ਕਹਿ ਤੇ ਰਿਹਾ ਵਾਂ ਕਿ ਇਹ ਮੈਂ ਕਹਿ ਰਿਹਾ ਜਿਹੜੀ ਮਿਰਜ਼ਾ ਬਸ਼ੀਰੁদ্দিন ਮਹਿਮੂਦ ਕਰਕੇ ਗਿਆ ਉਹ ਜਹਾਲਤ ਦਾ ਸਬੂਤ ਦਿੱਤਾ, ਫਿਰ ਉੱਤੇ ਤੂੰ ਜੇ ਵਜ਼ਾਤ ਕਰੇ ਤੇ ਸਰ ਤੁਸੀਂ ਆਪ ਸਾਈ ਸਾਹਿਬ ਮੁਬਾਸ਼ਰਤ ਤੋਂ ਮੁਰਾਦ ਹੈ ਨਹੀਂ ਹੁੰਦੀ। ਮੇਰੀ ਗੱਲ ਸੁਣ ਲਓ ਸਾਈ ਸਾਹਿਬ, ਤੁਸੀਂ ਜੇ ਕਿ ਜਿੱਥੇ ਮੁਬਾਸ਼ਰਤ ਲੈਂਗਾ ਤੇ ਠੀਕ ਹੈ, ਮੈਂ ਡਾਕਟਰ ਨਹੀਂ ਨਾਲ ਮਿਰਜ਼ਾ ਦੇ ਤਾਲੁਕ ਦੀ ਮੁਬਾਸ਼ਰਤ ਲਾਂਗਾ, ਸੋਚ ਲਈ। ਤੁਸੀਂ ਇੱਕ ਮਿੰਟ ਖਲੋ ਜਾਓ। ਨਹੀਂ ਭਾਈ ਖਲੋ ਜਾਓ, ਡਾਕਟਰ ਨਹੀਂ ਤਾਂ ਪਤਾ ਹੀ ਨਾ। ਖਲੋ ਜਾਓ। ਮੈਂ ਪਿਆਨਾ ਵਾਂ ਸਾਈ ਸਾਹਿਬ, ਮੁਬਾਸ਼ਰਤ ਦਾ ਇਹ ਮਾਨਾ ਨਹੀਂ ਉਹ ਹਰਾਮਜ਼ਾਦਗੀ ਪਿਆ ਕਰਦਾ। ਮੈਂ ਇੰਨੀ ਗੱਲ ਪਿਆ ਕਰਨਾ, ਤੁਸੀਂ ਉਹਨੂੰ ਜਾ ਕੇ ਹਰਾਮਜ਼ਾਦੇ ਨੂੰ ਵੀ ਰੋਕੋ। ਜਿਹੜੇ 5-6 ਕੁੱਤੇ ਨਾਲ ਹੋਰ ਵੀ ਬੈਠੇ ਨੇ ਉਹਨਾਂ ਨੂੰ ਕਹੋ ਨਾਮ ਭੌਂਕੋ, ਅੱਲਾ ਦੇ ਨਬੀ ਦੇ ਉੱਤੇ ਨਾਮ ਭੌਂਕੋ। ਇਸ ਹਦੀਸ ਦਾ ਮਤਲਬ ਨਹੀਂ ਤੁਸੀਂ ਰੋਜ਼ ਹਰਾਮਜ਼ਾਦਗੀਆਂ ਸ਼ੁਰੂ ਕਰ ਦਿੱਤੀਆਂ ਨੇ। ਭੌਂਕਣ ਦਾ ਮੌਕਾ ਦਿੱਤਾ ਹੀ ਤੁਸੀਂ ਇਹ ਤੁਹਾਡੇ ਵੱਡਿਆਂ ਨੇ, ਯਾਨੀ ਕਿ ਤੁਸੀਂ ਕਾਫਰ ਹੋ। ਅੱਛਾ ਇਹਦਾ ਮਤਲਬ ਹੈ ਕਿ ਉਸ ਹਦੀਸ ਦਾ ਜਿਹੜਾ ਇਹ ਮਤਲਬ ਕੱਢਦਾ ਹੈ ਜੋ ਅਸੀਂ ਲਿਖਿਆ ਹੈ ਉਹ ਭੌਂਕਦਾ ਹੈ, ਤੇ ਫਿਰ ਤੁਸੀਂ ਭਾਈ ਕੱਢਦੇ ਨੇ ਨਾ ਭਾਲਾ ਤੇ ਤੁਹਾਨੂੰ ਪੇਸ਼ ਕਰਨੇ ਬਸ਼ੀਰੁদ্দিন ਮਹਿਮੂਦ ਅਹਿਮਦ ਨੇ ਸੇਮ ਇਹ ਲਫ਼ਜ਼ ਲਿਖੇ ਨੇ, ਭੌਂਕਿਆ ਫਿਰ ਉਹ। ਆਮਰ ਸਾਹਿਬ ਮੈਂ ਤੁਹਾਨੂੰ ਪਹਿਲੇ ਹੀ ਅਰਜ਼ ਕੀਤੀ ਹੈ ਕਿ ਇਹ ਹਦੀਸ ਜਿਹੜੀ ਹੈ ਨਾ, ਮੈਂ ਇਹਨੂੰ ਮੰਨਦਾ ਹੀ ਨਹੀਂ ਹੈ ਕਿ ਰਸੂਲੁल्लाह ਸੱਲੱਲਾਹੁ ਅਲੈਹਿ ਵਸੱਲਮ ਤੁਹਾਡੀ ਜ਼ਾਤ ਦੀ ਗੱਲ ਨਹੀਂ, ਤੁਸੀਂ ਨਾ ਮੰਨੋ ਜਾਂ ਮੰਨੋ, ਸਾਡੀ ਕੀ ਜੁੱਤੀ ਨੂੰ ਨਹੀਂ ਪਰਵਾਹ ਹੈ। ਜਿਹੜੀਆਂ ਹਦੀਸਾਂ ਸਹੀ ਨੇ ਅਸੀਂ ਉਹਨਾਂ ਨੂੰ ਮੰਨਨੇ ਆ, ਲੇਕਿਨ ਉਹਨਾਂ ਦਾ ਤੁਸੀਂ ਕੋਈ ਗਲਤ ਮੈਨਾ ਕੱਢ ਕੇ ਬਿਆਨ ਕਰੋ ਸਾਈ ਸਾਹਿਬ। ਆਮਰ ਸਾਹਿਬ ਇਹੀ ਤਾਂ ਮੁੰਡਾ ਕਹਿ ਰਿਹਾ, ਇਹੀ ਤਾਂ ਫੁਰਕਾਨ ਕਹਿ ਰਿਹਾ ਸੀ ਕਿ ਤੁਸੀਂ ਕਿਉਂ ਲਿਖੀ ਹੈ ਹਦੀਸ। ਉਹ ਹਦੀਸ ਸਹੀ ਅਸੀਂ ਮੰਨਨੇ ਆ। ਮੈਂ ਤੁਹਾਨੂੰ ਕਹਿੰਦਾ ਮੈਂ ਵੀ ਆਪਣੀ ਬੀਵੀ ਨਾਲ ਮੁਬਾਸ਼ਰਤ ਕਰਨਾ ਰੋਜ਼ੇ 'ਚ, ਨਹੀਂ ਆ ਤੇ ਰੋਜ਼ੇ ਲੇਕਿਨ ਮੁਬਾਸ਼ਰਤ ਤੋਂ ਮੁਰਾਦ ਇੰਟਰਕੋਰਸ ਨਹੀਂ ਹੈ। ਹਾਂ ਜੀ, ਹਰਾਮਜ਼ਾਦਗੀ ਪਿਆ ਕਰਦਾ ਹੈ ਆਮਰ ਸਾਹਿਬ। ਉਹ ਇੰਜ ਰੋਲਾ ਫਿਰ ਉਹਨੇ ਹੱਥੋਂ ਤੱਕ ਬਕਵਾਸ ਕੀਤੀ ਹੈ। ਤੁਹਾਨੂੰ ਮੇਰੀ ਗੱਲ ਸੁਣੋ, ਤੁਸੀਂ ਗਲਤ ਪੇ ਜਿਹੜੀ ਨਾ ਬਦਿਆਂਤੀ ਪੇ ਕਰਦੇ ਹੋ, ਬੰਦੇ ਤੁਸੀਂ ਚੰਗੇ ਹੋ, ਤੁਸੀਂ ਬਦਿਆਂਤੀ ਪੇ ਕਰਦੇ ਹੋ। ਉਹਨੇ ਜਿਹੜੇ ਲਫ਼ਜ਼ ਹੈ ਬੋਲੇ ਨੇ ਕਿ ਨਬੀ ਅਲੈਹਿਸਸਲਾਤੁ ਵਸਲਾਮ ਨੂੰ ਇੰਨਾ ਵੀ ਸਬਰ ਨਹੀਂ ਸੀ ਹੁੰਦਾ, ਇਹ ਤੇ ਉਹਨੇ ਪੱਕਾ ਸਬੂਤ ਦਿੱਤਾ ਕਿ ਉਹ ਹਰਾਮਜ਼ਾਦਾ ਸੱਲੱਲਾਹੁ ਅਲੈਹਿ ਵਸੱਲਮ ਨੂੰ ਨਹੀਂ ਕਿਹਾ। ਪਹਿਲੀ ਗੱਲ ਤੇ ਆਮਰ ਸਾਹਿਬ ਇਸ ਤਰ੍ਹਾਂ ਨਾ ਕਰੋ। ਇਹ ਸੁਣ ਲਓ ਤਨਸ ਕੀਤੀ ਉਹਨੇ ਉਸ ਆਦਮੀ ਭਾਈ ਸੁਣ ਲਓ ਇਹ ਲਫ਼ਜ਼ ਸੁਣ ਲਓ ਕਿੰਨੇ ਉਹਨੇ ਕਿਹਾ कि वो इतनी पसंद थी तौबा अस्तगफुरुल्लाह नाउज़ बिल्लाह नकले कुफ्र नबाशिद। मैं ये रिकॉर्ड भी कर रहा हूँ, मेरी ऑडियो इस्तेमाल ना करे। नकले कुफ्र नबाशिद वो कहते हैं कि हैस में भी वो सब्र नहीं कर सकते थे, इतनी औरतें पसंद थी। किसने कहा है? ਇਹ ਕਿੰਨੇ ਗੱਲ ਆਖੀ ਹੈ ਕਿ ਉਹ ਹੈਜ਼ में भी सब्र नहीं कर सकते थे, इतनी औरतें पसंद। ਕਿੰਨੇ ਗੱਲ ਆਖੀ ਹੈ? ਆਮਰ ਸਾਹਿਬ ਤੁਸੀਂ ਫਿਰ ਨਹੀਂ ਗੱਲ ਤੇ ਗੌਰ ਕਰ ਰਹੇ, ਜਾਂ ਤੁਹਾਡਾ ਦਿਲ ਕਰ ਰਿਹਾ ਸ਼ੈਤਾਨੀਅਤ ਦੀ ਤਰਫ ਜਾਣ ਤੇ। ਮੈਂ ਅਰਜ਼ ਕਰ ਰਿਹਾ ਕਿ ਉਹ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਨਹੀਂ ਕਹਿ ਰਿਹਾ, ਉਹ ਆਦਮੀ ਉਹ ਤੰਜ਼ ਕਰ ਰਿਹਾ ਉਸ ਸੁਣਨ ਵਾਲੇ ਤੇ ਕਿ ਕਿਆ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਕੋਲ ਅਸਤਗਫੁਰੁल्लाह ਮਾਜ਼ਅੱਲਾਹ ਕਿਆ ਸਬਰ ਨਹੀਂ ਸੀ ਹੋਇਆ, ਜਾਂ ਕੀ ਵਜ੍ਹਾ ਸੀ? ਉਹ ਤੰਜ਼ਨ ਉਹਨੂੰ ਕਹਿ ਰਿਹਾ ਵੇ, ਇਹ ਤਨਜ਼ ਦੇ ਤੌਰ ਤੇ ਗੱਲ ਹੋ ਰਹੀ। ਉਹ ਯਾਰ ਨਹੀਂ ਸਾਈ ਸਾਹਿਬ ਐਡੀ ਬਦਿਆਂਤੀ ਚੰਗੀ ਨਹੀਂ ਹੁੰਦੀ। ਜੇ ਉਹਨੇ ਅਬ ਤਨਜ਼ਨ ਕਿਹਾ ਹੁੰਦਾ ਤੇ ਪੱਪੂ ਉਹਨੂੰ ਪੁੱਛਦਾ ਨਾ,
ਪੱਪੂ ਨੂੰ ਪੁੱਛਦਾ ਕਿੰਨੇ ਗੱਲ ਲਿਖੀ ਜਿਹੜੀ ਤੂੰ ਬਿਆਨ ਕਰਨਾ ਹੈ? ਉਹ ਹੀ ਤੇ ਉਹ ਕਹਿ ਰਿਹਾ ਨਾ ਕਿ ਇਹ ਆਮਰ ਸਾਹਿਬ ਇਹ ਗੱਲ ਜ਼ਰੂਰੀ ਨਹੀਂ ਕਿ ਅਗਰ ਬਾਰ ਅਗਲਾ ਸੁਣਨ ਵਾਲਾ ਅਗਰ ਗੱਲ ਨੂੰ ਦੁਹਰਾਉਂਦਾ ਤੇ ਉਹ ਤਨਜ਼ ਨਹੀਂ ਰਹਿੰਦੀ ਹੈ। ਅਸੀਂ ਵੀ ਤੇ ਡਿਸਕਸ ਕਰ ਹੀ ਰਹੇ ਹਾਂ ਨਾ। ਆਮਰ ਭਾਈ ਇੱਕ ਸਵਾਲ ਹੈ ਲੁਕਮਾਨ ਸਾਈ ਸਾਹਿਬ ਕੋਲੋਂ। ਕਿਤਾਬ ਤੁਸਾਂ ਬਿਆਨ ਕੀਤੀ, ਤੁਸਾਂ ਆਖਿਆ ਅਸਾਂ ਲਿਖੀ ਹੈ। ਕਿਤਾਬਾਂ ਤੁਹਾਡੀਆਂ ਖੁਸਰਾ ਅਸੀਂ ਸਾਬਤ ਕਰਾਂਗੇ। ਸਾਰੇ ਮਿਰਜ਼ੇ ਦੀ ਨਹੀਂ, ਇੱਕ ਮਿੰਟ ਨਵਾਂ ਮੌਜੂ ਨਹੀਂ ਹੈ। ਕਰਨੀ ਤੁਸੀਂ ਕਰੋ ਇਹ ਜਿਹੜੇ ਲੁਕਮਾਨ ਸਾਈ ਸਾਹਿਬ ਖੁਸਰਾ ਅਸੀਂ ਸਾਬਤ ਗੱਲ ਕਰਾਂਗੇ। ਮੇਰੀ ਤੇ ਤੁਹਾਡੀ ਇੱਕ ਮਿੰਟ ਨਜਬ ਭਾਈ, ਇੱਕ ਮਿੰਟ, ਗੱਲ ਸਾਡੀ ਤੁਹਾਡੀ ਹੋ ਗਈ ਏ। ਜੋ ਕੋਈ ਤੁਹਾਨੂੰ ਮੈਂ ਸਬੂਤ ਦੇ ਦਿੱਤਾ ਹੈ ਕਿ ਉਸ ਹਰਾਮਜ਼ਾਦੇ ਨੇ ਇਮਾਮ ਉਲ ਅੰਬਿਆ ਨੂੰ ਗਾਲਾਂ ਕੱਢੀਆਂ ਨੇ ਔਰ ਇਹ ਰੋਜ਼ ਕੁੱਤਾ ਭੌਂਕਦਾ ਹੈ ਔਰ ਇਹ 5-6 ਕੁੱਤੇ ਨਾਲ ਬੈਠੇ ਹੁੰਦੇ ਨੇ। ਅਗਰ ਇਹ ਗਾਲ ਹੈ ਤੇ ਫਿਰ ਉਹਨਾਂ ਨੂੰ ਵੀ ਹਰਾਮਜ਼ਾਦਾ ਕਹੋ ਜਿਨ੍ਹਾਂ ਨੇ ਉਹ ਇਬਨ ਮਾਜਾ ਸ਼ਾਇਆ ਕੀਤੀ ਹੈ। ਉਹ ਬਸ਼ੀਰੇ ਨੇ ਵੀ ਲਿਖੀ ਆਈ ਲਫ਼ਜ਼ ਓਏ ਗਾਲ ਹੈ ਤਾਂ ਮਾਨੇ ਤੂੰ ਮਿਰਜ਼ਾ ਬਸ਼ੀਰੁद्दीन महमूद ਕੁੱਤਾ ਸੀ। ਇਹ ਜੇ ਗਾਲ ਮੰਨੇਗਾ ਤੇ ਇਸ ਤਰ੍ਹਾਂ ਮੈਂ ਉਥੋਂ ਕੱਢ ਆਂਦੇ ਨਹੀਂ ਉਹਦੀ ਤਹਿਰੀਰ ਵਿੱਚ, ਉਹ ਯਾਦ ਰੱਖੀ। ਹਵਾਲਾ ਲਾਓ, ਹਵਾਲਾ ਨਹੀਂ ਸੇਮ ਹੈ ਲਫ਼ਜ਼ ਮੁਬਾਸ਼ਰ। ਹਵਾਲਾ ਮੈਂ ਲਾ ਦੇਵਾਂਗਾ, ਜ਼ਰਾ ਇਹਨੂੰ ਕੁਝ ਗੱਲਾਂ ਤੇ ਟਿਕਣ ਤੇ ਹਵਾਲਾ ਮੈਂ ਲਾ ਲੈਣਾ। ਆਮਰ ਸਾਹਿਬ ਇਹਨੂੰ ਚੁੱਪ ਕਰਾਓ ਇਸ ਬੰਦੇ ਨੂੰ। ਮੈਂ ਇਹਦੇ ਨਾਲ ਗੱਲ ਨਹੀਂ ਤੂੰ ਚੁੱਪ ਕਰਾਓ ਕਿ ਤੂੰ ਇੱਥੇ ਮਾਮਾ ਲੱਗਿਆ ਚੁੱਪ ਕਰਾਣੇ ਦਾ। ਅਸੀਂ ਹੋਰ ਕਿਹੜੀ ਗੱਲ ਕਰੀਏ ਤੁਹਾਡੇ ਨਾਲ? ਗੱਲ ਮੁੱਕ ਗਈ ਏ ਕਿ ਉਹਨੇ ਤੁਹਾਡੇ ਸਾਹਮਣੇ ਗਾਲ ਕੱਢੀ ਇਮਾਮ ਉਲ ਅੰਬਿਆ। ਇੱਕ ਨਹੀਂ ਕੱਢੀ, ਰੋਜ਼ ਕੱਢਦਾ ਪਿਆ ਕੁੱਤਾ। ਉਹਨੇ ਇੱਕ ਤੁਹਾਨੂੰ ਖੁਦਾ ਦਾ ਖੌਫ ਨਹੀਂ ਆਉਂਦਾ? ਤੁਸੀਂ ਨਬੀ ਪਾਕ ਨੂੰ ਮੰਨਣ ਉਹ ਅਮਰ ਭਾਈ ਗੱਲ ਸੁਣੋ ਨਾ, ਅਮਰ ਭਾਈ ਗੱਲ ਸੁਣੋ ਨਾ, ਗੱਲ ਸੁਣੋ। ਗੱਲ ਅਸਲ ਹੋ ਰਹੇ ਇਹ ਤਸਲੀਮ ਕਰ ਰਹੇ ਨੇ ਕਿ ਮਿਰਜ਼ਾ ਕਾਦੀਆਨੀ ਡਾਕਟਰਨੀ ਨਾਲ ਮੁਬਾਸ਼ਰਤ ਕਰਦਾ ਸੀ। ਇਹਦਾ ਤਸਲੀਮ ਕਰਨ ਦਾ ਮੌਕਫ ਹੈ। ਆਮਰ ਸਾਹਿਬ ਕਿਉਂ ਜੀ ਸਾਈ ਸਾਹਿਬ ਇਹੀ ਗੱਲ ਹੈ ਨਾ? ਨਹੀਂ ਮੁਬਾਸ਼ਰਤ ਹੈ ਹੀ ਮੈਨੇ। ਹਾਂ ਸਾਈ ਸਾਹਿਬ ਇਹਦਾ ਇਲਮੀ ਲੈਵਲ ਨਹੀਂ ਹੈ। ਆਮਰ ਸਾਹਿਬ ਇਹਦਾ ਇਲਮੀ ਲੈਵਲ ਨਹੀਂ ਹੈ ਤੇ ਤੁਸੀਂ ਵੀ ਸਮਝਦੇ ਹੋ। ਇਹਨੂੰ ਖਾਮੋਸ਼ ਕਰਵਾਓ। ਨਹੀਂ ਕਹਿੰਦਾ ਇਲਮੀ ਲੈਵਲ ਦੀ ਕੀ ਗੱਲ ਕਰਨੀ ਆ? ਮੈਂ ਉਲਟੀਆਂ ਜੁੱਤੀਆਂ ਪਾ ਕੇ ਆ ਗਿਆ ਕਾਦੀਆਨੀ ਲਾਂਤੀ ਦੀ ਵਾਂਗੂ। ਕਰਨੀ ਜੇ ਗੱਲ ਕਰਨੀ ਹੈ ਤੁਸੀਂ ਕਰ ਲਓ। ਇਸ ਬੰਦੇ ਨੂੰ ਖਾਮੋਸ਼ ਕਰਵਾਓ। ਇਹਦਾ ਇਲਮੀ ਲੈਵਲ ਨਹੀਂ ਹੈ। ਨਹੀਂ ਤੂੰ ਕਿਹੜਾ ਇਲਮੀ ਲੈਵਲ ਲੈ ਕੇ ਇੱਥੇ ਬੈਠਾ ਹੈ? ਤੂੰ ਕਿਹੜੀ PhD ਕਰਕੇ ਬੈਠਾ ਹੈ? ਬਗਾਰ ਉਲਟੀ ਸਿੱਧੀ ਜੁੱਤੀਆਂ ਦੀ ਪਛਾਣ ਤੇਰੇ ਗੁਰੂ ਨੂੰ ਨਹੀਂ ਸੀ। ਤੂੰ ਸਾਡੂ ਇਲਮੀ ਲੈਵਲ ਸਿਖਾਏਗਾ? ਗਲਤ ਜਗ੍ਹਾ ਜ਼ੋਰ ਲਾ ਕਿਹੜੀ ਜ਼ੁਬਾਨ ਹੋ ਤੁਹਾਡੇ ਤੇ? ਕਿਹੜੀ ਜ਼ੁਬਾਨ ਇਸਤੇਮਾਲ ਕਰਾਂ? ਦੁਬਾਰਾ ਜ਼ਬਾਨ ਇਸਤੇਮਾਲ ਕਰ ਰਿਹਾ ਹੈ। ਨਹੀਂ ਕਿਹੜੀ ਜ਼ੁਬਾਨ ਇਸਤੇਮਾਲ ਕਰਾਂ? ਤੁਸੀਂ ਬਹਿ ਕੇ ਸਰਕਾਰ ਅਲੀ ਸਲਾਤੁ ਸਲਾਮ ਦੇ ਬਾਰੇ ਵਿੱਚ ਬਕਵਾਸ ਕਰੋ ਤੇ ਤੁਸੀਂ ਕਹੋ ਕਿ ਅਸੀਂ ਮੁਸਲਮਾਨ ਆ। ਤੂੰ ਸਾਨੂੰ ਧਮਕੀਆਂ ਦੇਂਗਾ? ਸਾਹਮਣੇ ਬਹਿ ਕੇ ਸਾਨੂੰ ਜਣਾ ਧਮਕੀ ਨਹੀਂ ਦੇ ਸਕਦਾ। ਤੂੰ ਕੀ ਕਰ ਲੈਣਾ ਹੈ? ਗੱਲ ਕਰ। ਤਹਿਰੀਰ ਤੋਂ ਬੋਲਦਾ ਕਿਉਂ ਨਹੀਂ ਹੈ? ਉਹ ਡਾਕਟਰਨੀ ਨਾਲ ਮੁਬਾਸ਼ਰਾ ਦਾ ਕੀ ਮਤਲਬ ਸੀ? ਡਾਕਟਰਨੀ ਦੀ ਚੁੰਨੀ ਕਿਉਂ ਬੱਧੀ ਸੀ ਖਿੜਕੀ ਨਾਲੋਂ? ਤੇ ਫਿਰ ਅੱਗੇ ਗੱਲ ਹੋਣੀ ਹੈ। ਅਗਰ ਇਹ ਬੋਲਦਾ ਰਹੇਗਾ ਉਹ ਡਾਕਟਰਨੀ ਦੀ ਚੁੰਨੀ ਕਿਉਂ ਬੱਧੀ ਸੀ ਖਿੜਕੀ ਨਾਲ? ਜਵਾਬ ਦੇ ਨਾ। ਇਹਦੀ ਨਾ ਅਖਲਾਕੀ। ਉਹ ਡਾਕਟਰਨੀ ਦੀ ਚੁੰਨੀ ਕਿਉਂ ਬੱਧੀ ਸੀ ਖਿੜਕੀ ਨਾਲੋਂ? ਬੋਲਦਾ ਕਿਉਂ ਨਹੀਂ ਇਸ ਤੇ? ਆਮਰ ਸਾਹਿਬ ਇਸ ਆਦਮੀ ਤੂੰ ਇੱਥੇ ਬਹਿ ਕੇ ਕਹਿ ਰਿਹਾ ਜੀ ਤੰਜ਼ੀਆ पे ਕਹਿ ਰਿਹਾ ਵੇ। ਮੈਂ ਕੀ ਪੁੱਛ ਰਿਹਾ ਕਿ ਡਾਕਟਰਨੀ ਦੀ ਚੁੰਨੀ ਕਿਉਂ ਬੱਧੀ ਸੀ? ਜਿਹੜਾ ਹਕੀਮ ਨੂਰੁੱਦੀਨ ਸੀ, ਜਿਹੜਾ ਉਹਦੀ ਬੁੱਢੀ ਦਾ ਵੀ ਯਾਰ ਸੀ, ਉਹਨੇ ਮਿਰਕਾਤੁਲ ਯਕੀਨ ਫੀ ਹਯਾਤੇ ਨੂਰੁੱਦੀਨ ਸਵਾ 7 ਦੇ ਵਿੱਚ ਉਹਨੇ ਲਿਖਿਆ ਇਹਦਾ ਇਸ ਚੀਜ਼ ਕਿ ਨਾਲ ਮਿਰਜ਼ੇ ਦੀ ਹਕੀਮ ਨੂਰੁੱਦੀਨ ਦੀਆਂ ਰਜ਼ਾਈਆਂ ਕਿਉਂ ਸੀਦੀ ਸੀ ਨੁਸਰਤ? ਇਹਨੂੰ ਪਤਾ ਗੱਲ ਕਰਨ ਦਾ। ਔਰ ਲੋਡੀ ਹਕੀਮ ਨੂਰੁੱਦੀਨ ਦੀਆਂ ਰਜ਼ਾਈਆਂ ਕਿਉਂ ਸੀਦੀ ਸੀ ਨੁਸਰਤ? ਇਹਦਾ ਜਵਾਬ ਕੌਣ ਦੇਗਾ? ਸਿਰਫ ਗੱਲ ਕਰਨ ਤੂੰ ਪੁੱਤਰ ਪੂਰਾ ਜਿਹਾ ਜੰਮਿਆ ਵੀ ਨਹੀਂ ਹੈ। ਸਾਡੀ ਅਸੀਂ ਆਪਣੇ ਗੱਲਾਂ ਬਿਆਨ ਕਦੇ ਨਹੀਂ ਕੀਤੀਆਂ। ਰੂਹਾਨੀ ਖਜ਼ਾਨ ਦੇ ਵਿੱਚ ਬਿਆਨ ਕਰਨੇ ਆਵਾਂ ਤੁਸਾਂ ਜਿਵੇਂ ਵੀ ਜਾਣਾ ਨਹੀਂ ਖਲਦਾ ਸਾਹਮਣੇ। ਉਹਦੇ ਨਾਲ ਤੁਸੀਂ ਹਮ ਬਿਸਤਰੀ ਕਰ ਸਕਦੇ ਹੋ। ਤੇ ਮਿਰਜ਼ੇ ਕਾਦੀਆਨੀ ਦੀ ਜਿਹੜੀ ਬੁੱਢੀ ਸੀ ਉਹ ਜਨਾਬ ਹਕੀਮ ਨੂਰੁੱਦੀਨ ਨੂੰ ਕਹਿੰਦੀ ਸੀ ਮੈਂ ਤੇਰੀ ਲੋਂਡੀ ਆ। ਅਖਲਾਕੀ ਲੈਵਲ ਬਹੁਤ ਗਿਰਿਆ ਹੋਇਆ ਹੈ। اخلاقی ਲੈਵਲ ਤੁਹਾਡੀਆਂ ਕਿਤਾਬਾਂ 'ਚ ਲਿਖਿਆ ਮਿਰਕਾਤੁਲ ਯਕੀਨ ਫੀ ਹਯਾਤੇ ਨੂਰੁੱਦੀਨ ਮਲਕ ਭਾਈ ਇੱਕ ਸੈਕਿੰਡ ਮਲਕ ਭਾਈ। ਰਸੂਲullah ਦੇ ਦੌਰ 'ਚ ਪੈਦਾ ਹੋ ਜਾਂਦਾ ਇਹਨੇ ਉਹਨਾਂ ਨੂੰ ਵੀ ਵੱਟੇ ਮਾਰਨੇ ਸੀ। ਮਲਕ ਦੀ ਇਹ ਹਾਲਤ ਹੈ। ਅੱਛਾ ਦੱਸ ਨਾ ਕਿਤਾਬਾਂ ਕਾਦੀਆਨੀ ਨਬੀ ਕਰੀਮ ਦੇ ਦੌਰ ਵਿੱਚ ਪੈਦਾ ਹੋਇਆ, ਮੁਸਲਮਾਨ ਨੂੰ ਪਿੱਛੇ ਛੋੜ ਦੇਣਾ ਸੀ ਇਹਨੇ। ਕਿਤਾਬਾਂ ਦੇ ਵਿੱਚ ਲਿਖਿਆ ਦਾ ਤੁਹਾਡੀਆਂ ਆਪਣੀਆਂ ਕਿਤਾਬਾਂ ਦੇ ਵਿੱਚ ਲਿਖਿਆ ਦਾ ਮਿਰਕਾਤੁਲ ਯਕੀਨ ਫੀ ਹਯਾਤੇ ਨੂਰੁੱਦੀਨ ਦੇ ਵਿੱਚ ਮਿਰਜ਼ੇ ਕਾਦੀਆਨੀ ਦਾ ਯਾਰ ਔਰ ਉਹਦੀ ਬੁੱਢੀ ਦਾ ਯਾਰ ਕਹਿ ਰਿਹਾ। ਉਹ ਕਹਿ ਰਿਹਾ ਕਿ ਮਿਰਜ਼ੇ ਦੀ ਬੁੱਢੀ ਕਹਿ ਰਹੀ ਹੈ ਕਿ ਮੈਂ ਤੇ ਹਕੀਮ ਨੂਰੁੱਦੀਨ ਦੀ ਲੋਂਡੀ ਆ। ਇਹ ਵੀ ਇਹੀ ਕਹਿੰਦੇ ਸਨ। ਹਕੀਮ ਨੂਰੁੱਦੀਨ ਦੀ ਉਹ ਕਹਿੰਦੀ ਹੈ ਮੈਂ ਲੋਂਡੀ ਆ ਤੇ ਮਿਰਜ਼ਾ ਕਾਦੀਆਨੀ ਰੂਹਾਨੀ ਖਜ਼ਾਨੇ ਦੇ ਵਿੱਚ ਕਹਿ ਰਿਹਾ ਕਿ ਜਨਾਬ ਲੋਂਡੀ ਦੇ ਨਾਲ ਤੁਸੀਂ ਹਮ ਬਿਸਤਰੀ ਬਰਦਾਸ਼ਤ ਕਰੋ ਲੁਕਮਾਨ ਸਾਹਿਬ। ਕਿਤਾਬਾਂ ਤੁਹਾਡੀਆਂ ਨੇ। ਨਜਫ ਇੱਕ ਮਿੰਟ ਠਹਿਰ ਜਾ। ਕਿਤਾਬਾਂ ਤੁਹਾਡੀ ਨਜਫ ਮਿਊਟ ਲਾ। ਮਾਂ ਤੁਹਾਡੀ ਜਿਹੜੀ ਹੈ ਤੁਹਾਡੇ ਮਿਰਜ਼ੇ ਦੇ ਯਾਰ ਦੇ ਨਾਲ ਜਿਹੜਾ ਨਾ ਰਾਤਾਂ ਗੁਜ਼ਾਰਦੀ ਰਹੀ ਹੈ ਉੱਥੇ ਤੁਹਾਨੂੰ ਨਹੀਂ ਨਜ਼ਰ ਆਉਂਦਾ? ਤੁਹਾਨੂੰ ਸਫਾ ਮੈਂ ਕੱਢ ਕੇ ਦਿਨਾ। ਸਬਰ ਕਰੋ। ਇੱਥੇ ਲਾਣਾ ਸਭ ਦੇ ਸਾਹਮਣੇ ਲਗਾਣਾ। ਠੀਕ ਨਹੀਂ ਹੈ ਸਫਾ ਲਾ ਕੇ ਵਿਖਾਣਾ ਸਭ ਦੇ ਸਾਹਮਣੇ। ਲੁਕਮਾਨ ਸਾਹਿਬ ਬਰਦਾਸ਼ਤ ਕਰੋ ਨਾ। ਕਿਤਾਬ ਤੁਹਾਡੀ ਹੈ। ਕਿਤਾਬ ਤੁਹਾਡੀ ਹੈ ਮਤਲਬ ਸਾਡੇ ਨੇ। चाहता हूँ इजाजत हो तो। ਇੱਥੇ ਡਾਕਟਰ ਸਾਹਿਬ ਤੁਸੀਂ ਬੋਲੋ। जिल्द 14 सफ़ा नंबर 197। किताब का नाम है कश्फुल गता। लिखने वाला मिर्जा गुलाम कादियानी। कहता है कि मेरी निस्बत ये लिखा है, किताब से पढ़ रहा हूँ, इस शख्स की जोरू की इसके मुरीदों से आशनाई है। मिर्जा लिख रहे हैं जी, उसको पता था कि मुरीदों से आशनाई है।
और ਸੁਖਬੀਰ ਸਾਹਿਬ ਇਹ ਤੁਹਾਡੇ ਵਾਲਾ ਬੰਦਾ ਨਹੀਂ, ਬੜੀ ਮਾਜ਼ਰਤ ਦੇ ਨਾਲ ਇੱਧਰ ਆ ਲੁਕਮਾਨ ਸਹੀ, ਇੱਧਰ आ हमें इल्हाम हुआ है इस शख्स की इधर आ जरा, आया वे है बख्श जाफर जटली से तल्लुकात रखती है। जाफर जटली मिरकातुल यकीन फी हयात नूरुद्दीन सफा 7 ਦੇ ਵਿੱਚ ਲਿਖਿਆ, ਕੀ ਲਿਖਿਆ ਜੀ? हकीम नूरुद्दीन कह रहे हैं मैं किसी लिहाज से नहीं कहता बल्कि मैं अमर वाक़या का ऐलान करता हूँ। इनको यल्लाश काला कालू की रजा के लिए मोहब्बत है बीवी साहिबा से के मुंह से 20 मरतबा मैंने सुना है कि मैं तो आपकी लौंडी हूँ। लौंडी दे बारे की कह रहा है अपनी ही किताब दे विच, ਉਹ ਵੀ ਸੁਣ ਲਓ, ਉਹ ਵੀ ਤੁਹਾਨੂੰ ਵਿਖਾ ਦੇਣਾ ਕਿ ਮਿਰਜ਼ਾ ਕਾਦੀਆਨੀ ਆਪਣੀ ਕਿਤਾਬ ਦੇ ਵਿੱਚ ਲੋਂਡੀ ਦੇ ਬਾਰੇ ਦੇ ਵਿੱਚ ਕੀ ਕਹਿ ਰਿਹਾ ਹੈ ਕਿ ਲੋਂਡੀ ਕੀ ਹੈ। ਫਿਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੁਸੀਂ ਤੇ ਝੂਠ ਬੋਲਦੇ ਹੋ, ਤੁਸੀਂ ਤੇ ਅੱਲਾ ਦੇ ਨਬੀਆਂ ਦੇ ਉੱਤੇ ਬੁਖਤਾਨ ਬੰਨਦੇ ਹੋ, ਤੁਸੀਂ ਤੇ ਅੱਲਾ ਦੇ ਨਬੀਆਂ ਨੂੰ ਮਾਜ਼ਅੱਲਾ ਜਿਹੜਾ ਨਾ ਬੁਰਾ ਭਲਾ ਕਹਿੰਦੇ ਹੋ। ਅਸੀਂ ਤੁਹਾਨੂੰ ਉਹ तमाम ਚੀਜ਼ਾਂ ਤੁਹਾਡੀਆਂ ਕਿਤਾਬਾਂ ਚੋਂ ਕੱਢ ਕੇ ਵਿਖਾਵਾਂਗੇ। ਮਲਕ ਸਾਹਿਬ ਆਪਣਾ ਕੋਈ ਵੀ ਲਫ਼ਜ਼ ਐਡ ਨਹੀਂ ਕਰਨਾ, ਕਿਤਾਬ ਇਹਨਾਂ ਦੀ ਹੋਵੇ। ਕਿਤਾਬ ਇਹਨਾਂ ਦੀ ਹੋਏਗੀ ਭਾਈ, ਕਿਤਾਬ ਇਹਨਾਂ ਦੀ ਹੋਏਗੀ, ਆਪਣਾ ਇੱਕ ਵੀ ਲਫ਼ਜ਼ ਨਹੀਂ ਐਡ ਕਰਨ ਲੱਗਾ, ਇੱਕ ਵੀ ਲਫ਼ਜ਼ ਵੀ। ਜਾਓ ਇਹ ਵੀ ਤੁਹਾਡੇ ਨਾਲ ਮੈਂ ਗੱਲ ਕਰਨਾ। ਬਣਾ ਹੁਣ ਪਿਓ ਦੇ ਉੱਤੇ ਆ ਔਰ ਕਰੋ ਸਾਬਤ। ਤਮਾਸ਼ਾ ਲਾਇਆ ਦਾ ਇਹਨਾਂ ਦੀ ਮਾਂ ਮੈਂ ਕਿੰਨੀ ਦੇਰ ਦੇ ਥੱਲੇ ਬਹਿ ਕੇ ਸੁਣਨਾ ਵਾ, ਕਿੱਡੇ ਪਿਆਰ ਦੇ ਨਾਲ ਆਮਰ ਲੱਗਾ ਦਾ ਇਹਨਾਂ ਨੂੰ ਕਹਿਣ ਆਮਰ ਨਜ਼ੀਰ ਕਿ ਯਾਰ ਕਿਨਾਰ ਲੈਂਦੇ ਤੁਸੀਂ ਜ਼ਿਆਦਤੀ ਪੇ ਕਰਦੇ ਹੋ, ਤੁਸੀਂ ਅੱਲਾ ਦੇ ਨਬੀ ਦੇ ਉੱਤੇ, ਉਹਨਾਂ ਨੂੰ ਬੰਦ ਕਰਾਓ। ਅੱਗੋਂ ਕਹਿ ਰਹੇ ਨਹੀਂ ਜੀ ਉਹ ਜੀ ਫਲਾਣੇ ਨੇ ਆਖਿਆ ਜੀ, ਉਹ ਨਹੀਂ ਜੀ ਉਹ ਫਲਾਣੇ ਨੇ ਆਖਿਆ। ਇਹ ਲੋ ਜੀ ਇਹ ਲੋਂਡੀ ਦੇ ਬਾਰੇ ਦੇ ਵਿੱਚ ਵੀ ਸੁਣ ਲਓ। ਇਹ ਲੋਂਡੀ ਦੇ ਬਾਰੇ ਦੇ ਵਿੱਚ ਮਿਰਜ਼ਾ ਕਾਦੀਆਨੀ शैतानी खजाइन जिल्द 23 सफ़ा 254 चश्मा मारिफत दे विच कह रहा है इसी बना पर इस्लाम में यह रस्म जारी हुई कि काफरों की औरतें लोंडी की तरह रखी जाएं। किन्ना दी जी? काफरां दी औरतां लोंडी की तरह रखी जाएं और औरतों की तरह इस्तेमाल की जाए। मिरकातुल यकीन फी हयात नूरुद्दीन सफ़ा 7 दे विच मिर्ज़े कादियानी दी बुढ़ी जिहड़ी है जिहड़े मिर्ज़े दे यार दी सहेली सी, ਜਿਹੜਾ ਮਿਰਜ਼ਾ ਕਾਦੀਆਨੀ ਜਿਹੜਾ ਕਿ ਨਾਲ ਲੈਂਦੇ ਨੇ ਮਿਰਜ਼ੇ ਦਾ ਵੀ ਯਾਰ ਸੀ ਔਰ ਉਹਦੀ ਬੁੱਢੀ ਦਾ ਵੀ ਯਾਰ ਸੀ, ਉਹਨੂੰ ਜਨਾਬ ਜੀ ਉਹਦੀ ਬੁੱਢੀ ਕਹਿ ਰਹੀ ਹੈ ਕਿ ਮੈਂ ਹਕੀਮ ਨੂਰੁੱਦੀਨ ਦੀ ਲੋਂਡੀ ਆ। ਔਰ ਉਸ ਲੋਂਡੀ ਦੇ ਬਾਰੇ ਦੇ ਵਿੱਚ ਮਿਰਜ਼ਾ ਜਿਹੜਾ ਆਪਣੀ ਸ਼ੈਤਾਨੀ ਖਜ਼ਾਇਨ ਜਿਲਦ 23 ਦੇ ਵਿੱਚ ਸਫਾ 254 ਚਸ਼ਮਾ ਮਾਰਿਫਤ ਦੇ ਵਿੱਚ ਕਹਿ ਰਿਹਾ ਕਿ ਜੀ इस्लाम में ये रस्म जारी हुई कि काफरों की औरतें, पहले तो इधर आके साबित करो ना कि मिर्जा की बुढ़ी कौन सी? लोंडी की तरह काफरों की औरतें लोंडी की तरह रखी जाएं और औरतों की तरह इस्तेमाल की जाएं। मिर्जे दा यार मिर्जे दी बुढ़ी नूं जिंदा हुंदा सी। मैं नहीं कह रहा, मैं अपने कोलों नहीं कह रहा, इस्तेमाल है औरतों की तरह इस्तेमाल किया जाए। नजर साहब औरतों की तरह इस्तेमाल किया जाए दा मतलब की है? ਇਹਦਾ ਮਤਲਬ ਹੈ ਵੇ ਕਿ ਮਿਰਜ਼ੇ ਕਾਦੀਆਨੀ ਦੀ ਬੁੱਢੀ ਨੂੰ ਹਕੀਮ ਨੂਰੁੱਦੀਨ ਜਿੰਦਾ ਹੁੰਦਾ ਸੀ ਆਪਣੀ ਬੁੱਢੀ ਸਮਝ ਕੇ। ਇਹਨਾਂ ਲਫ਼ਜ਼ਾਂ ਦੇ ਉੱਤੇ ਇਹਨਾਂ ਲਫ਼ਜ਼ਾਂ ਨੂੰ ਅਗਰ ਉਹਨਾਂ ਦੇ ਪਹਿਨਾਇਆ ਜਾਏ ਕਿ ਹਕੀਮ ਨੂਰੁੱਦੀਨ ਆਪਣਾ ਨੁਸਰਤ ਜਹਾਨ ਨੂੰ ਔਰਤਾਂ ਦੀ ਤਰ੍ਹਾਂ ਇਸਤੇਮਾਲ ਕਰਦਾ ਸੀ, ਇਹ ਲਫ਼ਜ਼ ਅਗਰ ਪਹਿਨਾਏ ਜਾਣ हाँ जी, वो अपनी बुढ़ी समझ के, वो अपनी बुढ़ी समझ के नजफ साहब मिर्जे कादियानी दा जेड़ा यार सी हकीम नूरुद्दीन, वो अपनी बुढ़ी समझ के जेड़ा सी ना यानी कि लोंडी जो सी नुसरत जहां मिर्जे दी हकीम नूरुद्दीन दी लोंडी सी ना, और उस लोंडी नूं हकीम नूरुद्दीन बुढ़ी समझ के जिंदा हुंदा सी। भाई मैं नहीं कह रहा, अब ਇਹਨਾਂ ਦੀ ਹੈ ਇਹ ਕਿਤਾਬ ਇਹਨਾਂ ਦੀ ਹੈ, ਲਫ਼ਜ਼ ਉਹਨਾਂ ਦੇ ਨੇ। ਅਸੀਂ ਤੇ ਇੱਕ ਲਫ਼ਜ਼ ਵੀ ਐਡ ਕੀਤਾ ਹੋਵੇ ਅਸੀਂ ਜੁਰਮਦਾਰ ਤੁਹਾਡੇ। ਆਓ ਤੁਸੀਂ ਸਾਬਤ ਉੱਠ ਕਰੋ। ਕੇ ਅੱਲਾ ਦੇ ਨਬੀਆਂ ਦੇ ਉੱਤੇ ਬਕਵਾਸ ਕਰੋ, ਤੁਸੀਂ ਉਤੋਂ ਕਹੋ ਜੀ ਅਸੀਂ ਜਨਾਬ ਜੀ ਮੁਸਲਮਾਨ ਨਾ ਤੇ ਤੁਹਾਡੇ ਉੱਤੇ ਕੁੱਤੇ ਦੇ ਮੈਂ ਹੁਣ ਕੀ ਆਖਾਂ ਤੁਹਾਨੂੰ, ਬਲਕਿ ਮੈਂ ਕਹਿ ਸਕਣਾ ਕਿ ਤੁਸੀਂ ਖੰਜ਼ੀਰਨੀਆਂ ਦੇ ਬੱਚੇ ਹੋ। ਮੈਂ ਨਹੀਂ ਕਹਿ ਰਿਹਾ, ਮਿਰਜ਼ਾ ਗੁਲਾਮ ਕਾਦੀਆਨੀ ਕਹਿ ਰਿਹਾ, ਉਹ ਵੀ ਹਵਾਲਾ ਮੈਂ ਤੁਹਾਨੂੰ ਦੇ ਦਿੰਨਾ, ਤੁਸੀਂ ਕੁੱਤੀ ਦੇ ਬੱਚੇ ਹੋ, ਉਹ ਵੀ ਮੈਂ ਫਿਰ ਨਾ ਕਿਹਾ ਕਿ ਜੀ ਮਲਕ ਇੱਥੇ ਬਹਿ ਕੇ ਆਮਰ ਨਜ਼ੀਰ ਨੇ ਮਲਕ ਨੂੰ ਕਿਹਾ ਤੇ ਮਲਕ ਨੇ, ਮੈਂ ਨਾ ਆਮਰ ਨਜ਼ੀਰ ਦੇ ਕਹਿਣ ਦੇ ਉੱਤੇ ਆਇਆ, ਮੈਂ ਆਮਰ ਨਜ਼ੀਰ ਦੀ ਥੱਲੇ ਬੜੇ ਆਰਾਮ ਸਕੂਨ ਨਾਲ ਗੱਲ ਸੁਣ ਰਿਹਾ ਹਾਂ, ਪਰ ਤੁਸੀਂ ਹੱਦ ਤੋਂ ਵੱਧਦੇ ਪਏ ਹੋ। ਹੈਲੋ, ਇਹ ਆਮਰ ਨਜ਼ੀਰ ਨੇ ਨਹੀਂ ਇਹ ਕਿਤਾਬ ਲਿਖੀ। ਇਹ ਲਓ ਜੀ ਮਜ਼ਾਮੀਨੇ ਸੁਲ੍ਹਾ ਸਫਾ 15 7 ਅਪ੍ਰੈਲ 1834 ਦਾ ਜੇ मिर्जा कादियानी की कह रहा है, उधर झूठा साहबी लिख रहा है जी। तब आपने नज़ुलुल मसीह में से हजरत मूतर अलैहि शलवार का वो रोया पढ़ा, ख्वाब पढ़िया जी, जिसमें हजूर लानतीन ने लिखा है कि मैंने देखा कि मैं एक जंगल में हूँ, मेरे इर्द गिर्द बहुत से दरिंदे बंदर और सूअर हैं। कौन जी? बंदर और सूअर वगैरह हैं।
और इससे इस्तदलाल ये किया कि ये अहमदी जमात के लोग हैं। लो जी, किसे खंजीर नहीं मार दो बच्चियों, मैं नहीं कह रहा भाई जी, हवाला दे रहा नजफ साहब, अपने कोलों तो नहीं ऐड कर रहा। नहीं लफज ਉਹਨਾਂ ਦੇ ਬੜੀ ਅੱਛੀ किसे ਗੱਲ ਹੈ। बांदर नहीं दे बच्चियों। मलफूजात जिल्द 5 सफा 97 मिर्जा गुलाम कादियानी उत्थे लिख रहा कि जिन्हें मिर्जे कादियानी ਨੂੰ ਮੰਨਣਾ ਹੈ, ਉਹ ਮਿਰਜ਼ੇ ਕਾਦੀਆਨੀ ਨੂੰ ਜਿਹਨੇ ਮੰਨਣਾ, ਉਹ ਪਹਿਲਾਂ ਤੇ ਆਪਣੇ ਮੁੰਡੇ ਮਾਰ ਲਿਓ। ਜਿਹੜਾ ਮੁੰਡੇ ਨਹੀਂ ਮਾਰਦਾ ਹੈਗਾ ਉਹ ਇੰਜ ਜਿਵੇਂ ਕੁੱਤੀ ਦਾ ਬੱਚਾ ਹੈ। ਤੁਸੀਂ ਸਾਰੇ ਕਾਦੀਆਨੀ, ਤੁਹਾਡੇ ਸਾਰੇ ਖਲੀਫੇ ਕੁੱਤੀ ਦੇ ਬੱਚੇ ਨੇ। ਤੁਹਾਡੇ तमाम ਖਲੀਫੇ ਜਿਹੜੇ ਨੇ ਕਿਸੇ ਸੂਰਨੀ ਦੇ ਬੱਚੇ ਨੇ। ਇਹ ਭਾਈ ਜੀ ਮਿਰਜ਼ਾ ਸਾਹਿਬ ਨੂੰ ਖਾਬ ਆ ਰਹੇ, ਮੈਂ ਨਹੀਂ ਕਹਿ ਰਿਹਾ, ਆਮਨ ਨਜ਼ੀਰ ਨਹੀਂ ਕਹਿ ਰਿਹਾ, ਨਜਫ ਨਹੀਂ ਕਹਿ ਰਿਹਾ, ਹੋਲੀ ਸਪਿਰਿਟ ਨਹੀਂ ਕਹਿ ਰਹੇ। ਕਿਤਾਬਾਂ ਤੁਹਾਡੀਆਂ ਨੇ, ਤੁਹਾਡੀਆਂ ਕਿਤਾਬਾਂ ਦੇ ਵਿੱਚ ਲਿਖਿਆ है बंदर और सूअर वगैरह हैं और इस्तदलाल इससे ये किया कि ये अहमदी जमात के लोग हैं। ਇਹ ਕੌਣ ਹੈ ਜੀ ਅਹਿਮਦੀ ਜਮਾਤ? ਕੌਣ ਕਹਿੰਦੇ ਨੇ? ਕਾਦੀਆਨੀ ਕਹਿੰਦੇ ਨੇ ਜੀ ਅਸੀਂ ਜਮਾਤੇ ਅਹਿਮਦੀਆਂ ਦੇ। ਤੁਹਾਡੇ ਮਿਰਜ਼ਾ ਸਾਹਿਬ ਨੂੰ ਆ ਰਹੇ ਜਨਾਬ ਜੀ, ਰੋਇਆ ਸੁਣਾਇਆ ਜਾ ਰਿਹਾ ਤੁਹਾਡਾ। ਕਿਸੇ ਖੰਜ਼ੀਰ ਨਹੀਂ ਮਾਂ ਦਿਓ ਬੱਚਿਓ, ਕਿਸੇ ਕੁੱਤੀ ਦਿਓ ਬੱਚਿਓ, ਕਿਸੇ ਬਾਂਦਰ ਨਹੀਂ ਦਿਓ ਬੱਚਿਓ। ਮੈਂ ਤੇ ਨਹੀਂ ਗੱਲ ਕਰ ਰਿਹਾ, ਮੈਂ ਤੁਹਾਨੂੰ ਤੁਹਾਡੀ ਕਿਤਾਬ, ਤੁਹਾਡਾ ਸਫਾ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਤੁਹਾਡੇ ਮਿਰਜ਼ੇ ਦੀ ਬੁੱਢੀ ਜਿਹੜੀ ਹੈ ਉਹ ਹਕੀਮ ਨੂਰੁਦੀਨ ਦੇ ਨਾਲ ਜਨਾਬ ਜੀ, ਉਹ ਹਕੀਮ ਨੂਰੁਦੀਨ ਉਹਨੂੰ ਰਾਤੀ ਜਾਂਦਾ ਹੁੰਦਾ ਸੀ ਤੇ ਸਵੇਰ ਮਾਜੀ ਕਰਦਾ ਹੁੰਦਾ ਸੀ। ਔਰ ਜਿੱਥੇ ਵੀ ਤੁਸੀਂ ਸਾਰੇ ਦੇਖ ਲਓ, ਮੇਰੇ ਨਾਲੋਂ ਸਾਰੇ ਪੜ੍ਹੇ ਲਿਖੇ ਨੇ, ਆਮਨ ਨਜ਼ੀਰ, ਹੋਲੀ ਸਪਿਰਿਟ ਸਾਹਿਬ, ਆ ਪੁੱਛ ਲਓ, ਜਿੱਥੇ ਵੀ ਲਫ਼ਜ਼ ਆਇਆ ਨਾ ਹਕੀਮ ਨੂਰੁਦੀਨ ਦਾ ਤੇ ਨੁਸਰਤ ਜਹਾਨ ਦਾ, ਉੱਥੇ ਬੀਵੀ ਸਾਹਿਬਾ ਲਿਖਿਆ, ਬੀਬੀ ਨਹੀਂ ਲਿਖਿਆ, ਬੀਵੀ ਸਾਹਿਬਾ, ਬਿਲਕੁਲ ਬੀਵੀ ਸਾਹਿਬਾ ਲਿਖਿਆ। ਕਿਉਂਕਿ ਮਿਰਜ਼ੇ ਕਾਦੀਆਨੀ ਨੇ ਖੁਦ ਆਪਣੀ ਮਕਤੂਬਾਤ ਦੇ ਵਿੱਚ ਆਖਿਆ ਕਿ ਮਿਰਜ਼ਾ ਕਾਦੀਆਨੀ ਜਿਹੜਾ ਸੀ ਨਾ, ਇੱਕ ਨਾਮਰਦ ਸੀ, ਉਹ ਖੁਸ਼ ਨਹੀਂ ਸੀ ਕਰ ਸਕਦਾ ਆਪਣੀ ਬੁੱਢੀ ਨੂੰ। ਖੁਸਰਾ ਕਹਿ ਲੋ, ਹਾਂ ਖੁਸਰਾ ਸੀ ਉਹ, ਸ਼ੀਮੇਲ ਸੀ ਉਹ ਨਹੀਂ ਸੀ ਖੁਸ਼ ਕਰ ਸਕਦਾ। ਠੀਕ ਹੈ, ਇਸ ਵਜ੍ਹਾ ਤੋਂ ਮਿਰਜ਼ੇ ਕਾਦੀਆਨੀ ਦੀ ਜਿਹੜੀ ਬੁੱਢੀ ਸੀ, ਉਹ ਮਿਰਜ਼ੇ ਕਾਦੀਆਨੀ ਦੀ ਜਿਹੜੀ ਸੀ ਨਾ, ਉਹ ਯਾਰ ਦੇ ਨਾਲ ਸੈੱਟ ਹੋ ਗਈ। ਔਰ ਉਹਨੂੰ ਪਹਿਲਾ ਖਲੀਫਾ ਵੀ ਇਹਨਾਂ ਨੇ ਇਸ ਵਜ੍ਹਾ ਤੋਂ ਬਣਾਇਆ। ਇਸ ਵਜ੍ਹਾ ਤੋਂ ਉਹਨਾਂ ਨੇ ਬਣਾਇਆ ਕਿ ਭਾਈ ਜੀ ਜਿਹੜਾ ਹੈ ਨਾ, ਸੁਬਹ ਕੋ ਭਾਈ ਰਾਤ ਕੋ 4 ਭਾਈ। ਸਵਾਲ ਹੈ ਜੀ, ਉਹ ਖੁਸਰਾ ਸੀ ਤੇ ਫਿਰ ਉਹਦੇ ਇੰਨੇ ਬੱਚੇ ਕਿਸ ਨਾਲ ਹੋ ਗਏ ਨੇ? ਉਹਦੇ ਕਿੰਨੇ ਬੱਚੇ ਨੇ? ਉਹ ਭਾਈ ਜੀ ਇਹ ਤੇ ਰਲ ਮਿਲ ਗਏ ਨੇ ਸਾਰੇ, ਸਾਰੀ ਜਮਾਤ ਦੀ ਕਾਰਗਰਦਗੀ ਏ, ਪੂਰੀ ਜਮਾਤ ਦੀ ਕਾਰਗਰਦਗੀ ਏ। ਇਹ ਲੋ ਮੈਂ ਤੁਹਾਨੂੰ ਉਹ ਵੀ ਵਿਖਾ, ਇਹਨਾਂ ਨੂੰ ਇਹ ਬੜੇ ਜਨਾਬ ਜੀ ਇਹ ਬਹਿ ਕੇ ਕਹਿੰਦੇ ਜੀ ਤੁਹਾਡਾ ਇਲਮੀ ਲੈਵਲ ਨਹੀਂ, ਇਹ ਇਲਮੀ ਲੈਵਲ ਜ਼ਰਾ ਮਿਰਜ਼ਾ ਸਾਹਿਬ ਦਾ ਵੀ ਚੈੱਕ ਕਰ ਲਿਓ। ਹਵਾਲਾ ਮੈਂ ਤੁਹਾਨੂੰ ਦਿਆਂਗਾ, ਠੀਕ ਹੈ ਜੀ, ਹਵਾਲਾ ਮੈਂ ਤੁਹਾਨੂੰ ਦਿਆਂਗਾ, ਇਲਮੀ ਲੈਵਲ ਤੁਸੀਂ ਮਿਰਜ਼ਾ ਸਾਹਿਬ ਦਾ ਚੈੱਕ ਕਰ ਲਿਓ। ਜਿਨ੍ਹਾਂ ਨੂੰ ਤੁਸੀਂ ਸਵੇਰ ਤੋਂ ਸ਼ਾਮ ਤੱਕ ਇੱਥੇ ਬਹਿ ਕੇ ਜਿਹੜਾ ਨਾ ਉਹ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ। ਇਹ ਦੇਖੋ ਜੀ, ਇਹ ਜ਼ਰਾ ਦੇਖੋ ਜੀ, ਮਲਫੂਜ਼ਾਤ ਜਿਲਦ 2 ਹੈ, ਠੀਕ ਹੈ ਜੀ, ਸਫਾ 6 ਵੇ। मिर्जा साहब का इल्मी लेवल भी चेक कर लो और दिमागी लेवल भी चेक कर लो। पहरा देना, एक दफ़ा मौलवी अब्दुल करीम साहब नए मकान में एक चारपाई पड़ी थी जिस पर सो रहे थे। वहाँ हजूर लानतीन टहल रहे थे। थोड़ी देर बाद जागे तो देखा कि हजूर लानतीन फर्श पर चारपाई के नीचे लेटे हुए हैं, मंजी तो थल्ले वड़ गया। मौलवी साहब अदब से उठकर खड़े हुए। हजूर लानतीन ने मोहब्बत से पूछा कि क्यों उठकर बैठ गए हो। काल आ गई है मेरे ख्याल ना अमर साहब ने। मैं कहा जी क्यों उठकर बैठ गए हो। मिर्जा साहब ने कहा जी वो बच्चे शोर कर रहे सन तो मैं थले पहरा दे रहा था। मंजी दे थले वड़ के किहड़ा पहरा हुंदा जी। असल मिर्जा गुलाम कादियानी नूं अब्दुल करीम दे उत्ते शक पै गया कि इहदा चक्कर भी जिहड़ा वे ना वो नुसरत जहां दे नाल है। उन्हें वेख्या कि जनाब मैं ना मंजी दे थले वड़ जाना, जे नुसरत जहां दे कोल गया या नुसरत जहां दे कोल आई तो मैं जनाब जी ब्लैकमेल करके पैसे फड़ांगा। वो मंजी दे थले वड़ गया और कहता जी मैं इत्थे बच्चे शोर कर रहे सन, मैं तो तुहाडी रखवाली कर रहे सन। मिर्जा साहब जी ਤੁਸੀਂ ਉੱਠ ਕੇ ਅੱਲਾਹ ਦੇ ਨਬੀਆਂ ਦੇ ਉੱਤੇ ਬਕਵਾਸ ਕਰੋ ਬਗੈਰ ਤੋਂ। ਇਹ ਵੀ ਤੇ ਹੋ ਸਕਦਾ ਨਾ ਕਿ ਮੌਲਵੀ ਦੇ ਉੱਤੇ ਸ਼ੱਕ ਹੋਵੇ ਕਿ ਮੇਰੀ जनाब मिर्जा साहब ने आप लिखे आवे भाई लोग जी। मिर्जा साहब की अपनी किताब है, हले जाओ जनाब जी www.alislam.org ਦੇ ਉੱਤੇ ਮਲਫੂਜ਼ਾਤ ਜਿਲਦ 2 में सफ़ा 6 वे सारे सबूत दे रहे हैं। ਖੋਲੋ ਕਿਤਾਬਾਂ ਇਹਨਾਂ ਦੀਆਂ। ਖੁਸਰਾ ਵੀ ਇਹ ਜੋ ਵੀ ਇਹ ਜਿਹਦੇ ਨਾਲ ਤਲਕਾਤ ਸਨ ਉਹਦੇ ਨੁਸਰਤ ਜਹਾਨ ਦੇ ਉਹ ਸਾਰੇ ਇੱਥੇ ਕੱਢ ਕੇ ਤੇ ਇੱਥੇ ਰੱਖੋ। ਇਹਨਾਂ ਦੀ ਮਾਂ ਦੀ ਕੁਐਸਚਨ ਨਾ ਨਵਾਂ। ਅਮਰ ਭਾਈ ਅਗਰ ਤੁਸੀਂ ਕਹਿੰਦੇ ਹੋ ਤਾਂ ਮੈਂ ਜ਼ਰਾ ਮਿਰਜ਼ਾ ਸਾਹਿਬ ਦੀ ਉਹ ਥੋੜੀ ਜਿਹੀ ਛਾਵਾਂ ਅੱਗੇ ਖੋਲ ਦਿਆਂ। ਬਲਕਿ ਮਸਰੂਫ ਨੇ, ਅਸੀਂ ਆਪ ਹੀ ਖੋਲਨੇ ਆ। ਇਹ ਬੜੀ ਮਿਹਰਬਾਨੀ ਉਹਨਾਂ ਦੀ, ਇਹ ਉਹਨਾਂ ਦੀ ਬੜੀ ਮਿਹਰਬਾਨੀ ਯਾਰ। ਇਹ ਜ਼ਰਾ ਸਕਰੀਨ ਵੱਡੀ ਕਰਿਓ। ਆ ਠੀਕ ਹੋ ਗਿਆ। ਇਹ ਜੀ ਦੇਖਿਓ ਜੀ,
ਇਹ ਮੈਂ ਨਹੀਂ ਕਹਿ ਰਿਹਾ, ਇਹ ਕੌਣ ਕਹਿ ਰਿਹਾ ਜੀ? ਮਿਰਜ਼ਾ ਸਾਹਿਬ ਦਾ ਜਨਾਬ ਜੀ ਆਪਣੇ ਬੰਦੇ ਕਹਿ ਰਹੇ ਨੇ। ਇਹ ਦੇਖੋ ਜੀ, ਇਹ ਦੇਖੋ ਜੀ, ਆਮਰ ਸਾਹਿਬ ਇੱਥੇ ਨਹੀਂ ਹੈਗੇ ਆ, ਬੜੀ ਮਿਹਰਬਾਨੀ ਇਹਨਾਂ ਦੀ, ਉਹ ਗਾਇਬ ਹੋਏ ਨੇ। ਇਹ ਦੇਖੋ जी, मिर्जा साहब फरमा रहे हैं रूहानी खजाइन जिल्द तरई सफ़ा 226 है, चश्मा मारिफत है। मिर्जा साहब फरमा रहे हैं कि उनकी तहकीक की रूह से बाज इस किस्म की भी औरतें होती हैं कि कुव्वत रजूलियत और अनियत दोनों उनमें जमा हो जाती है और किसी तहरीक से जब उनकी मनी जोश मारे तो हमल हो सकता है। और हिंदुओं की किताबों में भी ऐसे किस्से पाए जाते हैं, जैसा कि खुद दीद में ये शुरती मौजूद है कि ए अंदर के सिकारशी के पुत्र जिसको हम पहले बयान कर आए हैं। मिर्जा साहब फरमा रहे हैं कि कादियानी जमात दियां जिहड़ियां औरतां ने, ठीक है जी, कादियानी जमात दियां जिहड़ियां औरतां ने, उन्हां दे अगर तुसी बैक साइड दे उत्तों भी दाखल हुंदे हो, यानी कि मर्द औरत जदों हम बिस्तरी करते ने, वो एक मखसूस जगह वे जिथों हमल हुंदा है। मिर्जा साहब कहंदे ने अगर कादियानी औरतां दी तुसी पिछली साइड तो भी दाखल हुंदे हो ते उन्हां औरतां नूं हमल हो सकदा है। ਦਿਓ ਇਹਦਾ ਸਬੂਤ ਕਾਦੀਆਨੀਓ, ਕੋਈ ਇੱਕ ਅੱਧੀ ਸਾਨੂੰ ਵੀ ਲੱਜਣਾ ਦੇ ਦਿਓ। ਤੁਸੀਂ ਉੱਠ ਕੇ ਅੱਲਾ ਦੇ ਨਬੀਆਂ ਦੇ ਬਾਰੇ ਦੇ ਵਿੱਚ ਬਕਵਾਸ ਕਰੋਗੇ, ਤੁਸੀਂ ਅੱਲਾ ਦੇ ਨਬੀਆਂ ਦੇ ਬਾਰੇ ਦੇ ਵਿੱਚ ਤੁਸੀਂ ਉੱਠ ਕੇ ਜਿਹੜਾ ਨਾ ਉਹ ਬਕਵਾਸਾਤ ਕਰੋਗੇ। ਇਹ ਲੋ ਜੀ, ਇਹ ਜੀ ਮਿਰਜ਼ਾ ਸਾਹਿਬ ਫਰਮਾ ਰਹੇ ਨੇ, ਇਹ तमाम ਕਾਦੀਆਨੀਆਂ ਵਾਸਤੇ ਵੇ। रूहानी खजाइन जिल्द 9 है, सफ़ा 392, नूरुल कुरान नंबर 2 है। मिर्जा कादियानी लिख रहा है कि क्या तुम्हें पता है, क्या तुम्हें पता है क्या तुम्हें पता है कि मरवी और रजूलियत इंसान की सफात महमूदा में से है। मिर्जा साहब फरमा रहे हैं कि तमाम कादियानी भुंड मरवान करन। ए भाई असी अल्फाज अपने कोलों नहीं कह रहे, ऐसी नहीं पे कहंदे। ਮਲਕ ਸਾਹਿਬ ਥੱਲੇ ਲੇਡੀਜ਼ ਵੀ ਬੈਠੇ ਸਰ ਦੇਖੋ, ਜਦੋਂ ਅੱਲਾ ਦੇ ਨਬੀਆਂ ਦੇ ਬਾਰੇ ਦੇ ਵਿੱਚ ਅਹਿਮਦ ਸਾਹਿਬ ਬਕਵਾਸ ਪੇ ਕਰਦੇ ਨੇ, ਅਸੀਂ ਤੇ ਇਹਨਾਂ ਦੀਆਂ ਕਿਤਾਬਾਂ ਖੋਲ ਕੇ ਪੇ ਰੱਖਨੇ ਆ। ਜਾਂ ਤੇ ਦੱਸੋ ਇਹ ਮਲਕ ਭਾਈ ਲੋਕ ਨੇ ਲਿਖੀ ਹੈ, ਅਮਰ ਨਜ਼ੀਰ ਨੇ, ਹੋਲੀ ਸਪਿਰਿਟ ਨੇ? ਯਾਰ ਕੋਈ ਬੰਦਾ ਦੱਸ ਦੇ ਆ ਸਾਡੀ ਕਿਤਾਬ ਹੈ ਜਾਂ ਅਸੀਂ ਲਿਖੀ ਹੈ ਜਾਂ ਸਾਡੇ ਕਿਸੇ ਬਾਬੇ ਬਜ਼ੁਰਗ ਨੇ ਲਿਖੀ ਹੈ। ਅਸੀਂ ਤੇ ਇਸ ਮੇਰੀ ਗੱਲ ਤੇ ਲਾਨਤ ਪਾਣੇ ਆ। ਅੱਛਾ ਮੇਰੀ ਗੱਲ ਸੁਣੋ, ਬੀਬੀਆਂ ਚਲੀ ਜਾਣ, ਬਰਾਏ ਮਿਹਰਬਾਨੀ ਤੁਹਾਡੇ ਅੱਗੇ ਗੁਜ਼ਾਰਿਸ਼ ਹੈ, ਮੈਂ ਮਾਵਾਂ ਭੈਣਾਂ ਅੱਗੇ, ਕਿ ਤੁਸੀਂ ਚਲੇ ਜਾਓ। ਅੱਜ ਜਿਹੜਾ ਗੰਦ ਪੈਣਾ ਨਾ, ਅੱਜ ਉਹ ਪੈ ਕੇ ਰਹੇਗਾ। ਇਹਨਾਂ ਆਖਿਆ ਕਿਤਾਬਾਂ ਦੇ ਵਿੱਚੋਂ ਤੁਹਾਡੀ ਕਿਤਾਬ 'ਚ ਲਿਖਿਆ ਹੈ, ਅੱਜ ਅਸੀਂ ਇਹਨਾਂ ਦੀਆਂ ਕਿਤਾਬਾਂ 'ਚ ਖੁਸਰਾ ਇਹਨੂੰ ਸਾਬਤ ਕਰਨਾ। ਮੇਰੀਆਂ ਭੈਣੋਂ ਤੇ ਮਾਓ ਪਲੀਜ਼ ਤੁਸੀਂ ਜਾ ਸਕਦੇ। ਜੀ ਇਹ ਖੁਸਰਾ ਵੀ ਸਾਬਤ ਕਰਨੇ ਆ। ਪਹਿਲੇ ਸਭ ਤੋਂ ਪਹਿਲਾਂ ਤੇ ਮੈਂ ਮਿਰਜ਼ਾ ਸਾਹਿਬ ਨੂੰ ਜ਼ਰਾ ਕੰਜਰ ਤੇ ਸਾਬਤ ਕਰ ਲਾਂ। ਲੋ ਜੀ, ਡਾਕਟਰ ਮਿਰਜ਼ਾ ਯਕੂਬ ਬੇਗ ਸਾਹਿਬ ਫਰਮਾ ਰਹੇ ਨੇ, ਯਾਦੇ ਰਫਤਗਾਨ ਯਾਨੀ ਤਜ਼ਕਾਰਾ ਨਿਸਾਰੇ ਅਹਿਮਦੀਆ ਹਿੱਸਾ ਅਵਲ ਨਸ਼ਰ ਕਿੰਨੇ ਕੀਤਾ ਜੀ? ਆਮਰ ਨਜ਼ੀਰ ਨੇ ਨਹੀਂ ਕੀਤਾ, ਹੋਲੀ ਸਪਿਰਿਟ ਨੇ ਨਹੀਂ ਕੀਤਾ, ਮਲਕ ਭਾਈ ਲੋਕ ਨੇ ਨਹੀਂ ਕੀਤਾ, ਨਜਫ ਨੇ ਨਹੀਂ ਕੀਤਾ, ਅਹਿਮਦ ਨੇ ਨਹੀਂ ਕੀਤਾ, ਅਬੂ ਰਾਫੀ ਨੇ ਨਹੀਂ ਕੀਤਾ। ਕੀਤਾ ਕਿੰਨੇ ਵੇ ਜੀ? ਨਸ਼ਰ ਕੀਤਾ ਅਹਿਮਦੀਆ ਅੰਜਮ ਇਸ਼ਾਤ ਇਸਲਾਮ ਲਾਹੌਰ पाकिस्तान। की फरमाया जा रहा जी? आप महबूब रायवन के मकान वाकया हीरा मंडी में मुकीम थे। लो जी, मिर्जा साहब कितने सन जी? हीरा मंडी। मकान का बड़ा फाटक था पर बंद था, आमदो रफ्त के लिए खिड़की खुली रहती थी। किड्डा कंजर बंदा यार, घर दा बूहा बंद करके कुत्ते दा बच्चा जिहड़ा ना बारी थनी बंदे वड़वांदा हुंदा। इहनूं पता सी पुलिस वालियां दा डाला पै जाना, इहनूं पता सी। ਇਹ ਕੰਜਰ ਸੀ ਜਿਹਨੂੰ ਸਵੇਰ ਤੋਂ ਸ਼ਾਮ ਤੱਕ ਤੁਸੀਂ ਮਾਜ਼ਅੱਲਾ ਜਿਹੜਾ ਨਾ ਉਹ ਨਬੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਕੰਜਰ ਸੀ ਇੱਕ ਬੜਾ ਵੱਡਾ। ਅਗਲਾ ਹਵਾਲਾ ਵੀ ਲਵੋ। ਮਿਰਜ਼ਾ ਸਾਹਿਬ ਫਰਮਾ ਰਹੇ ਨੇ, ਹੈਲੋ ਜੀ, ਇਸਲਾਮੀ ਕੁਰਬਾਨੀ ਸਫਾ 12 ਦੇ ਵਿੱਚ काजी यार लिख रहा है कि जैसा कि हजूर लानतीन ने एक मौका पर अपनी हालत ये जाहिर फरमाई कि कशफ की हालत आप पर इस तरह तारी हुई कि गोया आप औरत हैं। लो जी, पहला तो मिर्जे नूं ते साबित करो बंदा सी, बीबी सी, खुसरा सी, है की सी? कदी वो साला मैं दे दे शीमेल मैं कन्फर्म करना। वाह वाह, मैं ਤੁਹਾਡਾ ਮੈਂ ਪੂਰੀ ਗੱਲ ਕਰਾਂਗਾ ਭਾਈ ਜੀ। ਤੁਹਾਨੂੰ ਝੂਠਾ ਨਹੀਂ ਹੋਣ ਦਿੰਦਾ। ਹਵਾਲਾ ਵੀ ਦੇਵਾਂਗਾ, ਉਹ ਮੈਂ ਇਸ ਤੋਂ ਬਾਅਦ ਹਵਾਲਾ ਦੇਵਾਂਗਾ। ਮਿਰਜ਼ਾ ਸਾਹਿਬ ਭਾਈ ਜੀ ਉਹ ਕਦੀ ਬੀਬੀ ਬਣ ਜਾਂਦੇ ਸੀ, ਕਦੀ ਬੰਦਾ ਬਣ ਜਾਂਦੇ ਸੀ, ਕਦੀ ਜਨਾਬ ਜੀ ਉਹ ਖੁਸਰਾ ਬਣ ਜਾਂਦੇ ਸੀ। तो की होया जी? जल्लाश काला कालू ने रजूलियत की ताकत का इजहार फरमाया। समझने वाले के लिए इशारा काफी है। ओही रजूलियत है जिहड़ी मिर्जा साहब फरमा रहे ने कि कादियानी जमात के बंदे सुबह तो शाम तक जिहड़ा ना बुंड मरवान करन। इन्हां दे 2-2 साल दे 2-2 दिन के बच्चे भी बुंड मरवान करन। यह जी इन्हां दी जिहड़ा ना वो की इहनूं आखीदा कि जमात है। ये अल्लाह दे सच्चियां नबियां दे उत्ते बकवास करनगे।
ਇਹ ਕਹਿੰਦੇ ਨੇ ਜਨਾਬ ਜੀ ਮਿਰਜ਼ਾ ਸਾਹਿਬ ਜਿਹੜੇ ਨੇ ਨਾ ਉਹ ਬੜੇ ਹੀ ਜਨਾਬ ਜੀ ਪੜ੍ਹੇ ਲਿਖੇ। ਕਿਹੜੇ ਪੜ੍ਹੇ ਲਿਖੇ ਸੀ? ਜਿਹਦੀ ਬੁੱਢੀ ਆਪਣੇ ਯਾਰ ਦੇ ਨਾਲ ਸਵਾਂਦਾ ਰਿਹਾ, ਜਿਹੜੇ ਆਪਣੇ ਝੂਠੇ ਸਾਹਬੀਆਂ ਦੀ ਮੰਜੀ ਦੇ ਥੱਲੇ ਵੜ ਕੇ ਉਹਨਾਂ ਦੀ ਰਿਹਾਕੀ ਕਰਦਾ ਰਿਹਾ ਕਿ ਕਿਤੇ ਮੇਰੀ ਬੁੱਢੀ ਤੇ ਨਹੀਂ ਮਿਲਦੀ। ਔਰ ਕਾਦੀਆਨੀ ਜਮਾਤ ਦੇ ਬੰਦਿਆਂ ਨੂੰ ਉਹ ਕਹਿ ਰਿਹਾ ਕਿ ਜਨਾਬ ਜੀ ਜਿਹੜਾ ਨਾ ਤੁਸੀਂ ਇਹਦੇ ਉੱਤੇ ਜਿਹੜਾ ਨਾ ਤੁਸੀਂ ਇਹਨਾਂ ਦੇ ਤੁਸੀਂ ਮਰਵਾਇਆ ਕਰੋ। ਇਹ ਜੀ ਇਹਨਾਂ ਦੀ ਜਮਾਤ ਹੈ। ਹੁਣ ਮੈਂ ਉਹ ਵੀ ਹਵਾਲਾ ਦਿੰਦਾ ਵਾਂ ਕਿ ਜਿਹਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਮਿਰਜ਼ਾ ਸਾਹਿਬ ਖੁਸਰੇ ਵੀ ਸਨ, ਉਹ ਵੀ ਹਵਾਲਾ ਲੈ ਲਓ। ਉਹ ਵੀ ਹਵਾਲਾ ਤੁਹਾਨੂੰ ਦਿੰਨੇ ਆ। ਖੁਸਰੇ ਵਾਲਾ ਵੀ ਮਿਰਜ਼ਾ ਸਾਹਿਬ ਜਿਹੜੇ ਖੁਸਰੇ ਸਨ ਨਾ, ਉਹ ਵੀ ਹਵਾਲਾ ਫੜ ਲਓ ਕਾਦੀਆਨੀਓ। ਤੁਹਾਡੀਆਂ ਕਿਤਾਬਾਂ ਨੇ, ਅਸੀਂ ਨਹੀਂ ਲਿਖੀਆਂ। ਅਸੀਂ ਕੋਈ ਘਰ ਬਹਿ ਕੇ ਨਹੀਂ ਇਹ ਛਾਪੀਆਂ ਹੈਗੀਆਂ। ਤੇ ਜੇ ਤੁਸੀਂ ਕਹਿੰਦੇ ਹੋ ਮੈਂ ਪੁੱਤਰੋ ਯੂਰਪ ਦੇ ਵਿੱਚ ਬੈਠਾ, ਜਰਮਨ ਦੇ ਵਿੱਚ ਬੈਠਾ, ਜਿੱਥੇ ਤੁਹਾਡੀ ਬਹੁਤੀ ਤਦਾਦ ਹੈ, ਚਲਾਓ ਨਾ ਹਾਈ ਕੋਰਟ ਦੇ ਵਿੱਚ, ਹਾਈ ਕੋਰਟ 'ਚ ਰਿਟ ਕਰੋ, ਕਹੋ ਇਹ ਬੰਦਾ ਝੂਠ ਬੋਲ ਰਿਹਾ, ਸਾਡੇ ਤੇ ਇਲਜ਼ਾਮ ਲਗਾ ਰਿਹਾ, ਸਾਡੀ ਜਮਾਤ ਨੂੰ ਜਨਾਬ ਜੀ ਇਹ ਬੰਦਾ ਬਦਨਾਮ ਕਰ ਰਿਹਾ। ਲੋ ਜੀ ਇਹ ਵੀ ਹਵਾਲਾ ਫੜੋ ਜੀ। ਨਜਫ ਸਾਹਿਬ ਨੇ ਜਿਹੜੀ ਗੱਲ ਕੀਤੀ ਸੀ ਨਾਮ ਮਰਦ ਅਲੀ, ਸੁਣ ਲਓ। ਮਕਤੂਬਾਤ ਅਹਿਮਦੀਆ ਸਫਾ 21 ਹੈ, ਜਿਲਦ 5 में नंबर 2 है। उत्ते लिखिया था जी alislam.org। ਇਹ ਮੇਰੀ ਕਿਤਾਬ ਨਹੀਂ, ਮਿਰਜ਼ੇ ਕਾਦੀਆਨੀ ਦੀ। मिर्जा कादियानी कहता है जब मैंने नई शादी की थी तो मुझे मुद्दत तक यकीन रहा कि मैं नामर्द हूँ। लो जी खुसरा निकल आया जे ना नजफ साहब, तुसी सच्चे हो, तुसी सच्चे हो। मिर्जा साहब फरमा रहे बयान करो। हाँ जी मैं स्कूल ना बयान करो। हाँ जी हाँ जी, ए देखो जी, ए लो मिर्जा साहब फरमांदे ने रूहानी खजाइन शैतानी खजाइन जिल्द 5 सफा 288 आना कमाला ते इस्लाम दे विच मिर्जा कुत्ता कह रहा है, खंजीर कह रहा है, बांदरी का बच्चा कह रहा है। बद ख्याल लोगों को वाजिया हो कि हमारा सिदक या कसब जांचने के लिए हमारी पेशगोइयों से बढ़कर और कोई महक इम्तिहान नहीं। मिर्जा कह रहा है जिन्हें सानू सच्चा झूठा साबित करना है, ਜਿਹੜੀਆਂ ਸਾਡੀਆਂ ਪੇਸ਼ਗੋਈਆਂ ਨੇ ਉਹਦੇ ਉੱਤੇ ਜਨਾਬ ਜੀ ਸਾਡੇ ਉੱਤੇ ਜਨਾਬ ਜੀ ਉਹ ਗੱਲ ਕਰੇ। ਲੋ ਜੀ ਅਗਲਾ ਹਵਾਲਾ ਵੀ ਲੈ ਲਓ। ਮਿਰਜ਼ਾ ਸਾਹਿਬ ਸ਼ੈਤਾਨੀ ਖਜ਼ਾਇਨ ਦੇ ਵਿੱਚ ਜਿਲਦ 10 ਸਫਾ 62 ਦੇ ਵਿੱਚ ਆਰੀਆ ਧਰਮ ਦੇ ਵਿੱਚ alislam.org ਦੇ ਉੱਤੇ ਲਿਖ ਰਹੇ ਨੇ, लेकिन अगर कोई इसके बरखिलाफ मुद्दई है किदे जी ਇਹ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਉਹਨਾਂ ਕਿਹਾ जी तो हमारी कुतुब मसूफा से अपने दावे को साबित करे वरना बेईमान और खयानत पेश है। लो जी मलक भाई लोग ना तो बेईमान है ना ही खयानत पेश है। सिर्फ एक हवाला आखिर दे उत्ते देंगा ਜਿਹੜੀ ਪੇਸ਼ਗੋਈਆਂ ਦੀ ਮਿਰਜ਼ਾ ਸਾਹਿਬ ਨੇ ਗੱਲ ਕੀਤੀ ਹੈ ਤੇ ਭਾਈ ਜੀ ਉਹ ਆਖਰੀ ਹਵਾਲਾ ਦੇਵਾਂਗਾ, ਉਸ ਤੋਂ ਬਾਅਦ ਫਿਰ ਡਾਕਟਰ ਹੋਲੀ ਸਪਿਰਿਟ ਸਾਹਿਬ ਤੁਸੀਂ ਗੱਲ ਕਰ ਲਿਓ। ਸਿਰਫ ਆਖਰੀ ਹਵਾਲਾ ਦੇਣ ਦਿਓ, ਇਹ ਹਵਾਲਾ ਇਹਨਾਂ ਵਾਸਤੇ ਬਹੁਤ ਅੱਛਾ ਵੇ ਔਰ ਸਾਰੀ ਜ਼ਿੰਦਗੀ ਇਹਨਾਂ ਨੂੰ ਉਹ ਹਵਾਲਾ ਯਾਦ ਵੀ ਰਹੇਗਾ। ਲਓ ਜੀ ਇਹ ਹਵਾਲਾ ਜੇ ਮਿਰਜ਼ਾ ਸਾਹਿਬ ਸ਼ੈਤਾਨੀ ਖਜ਼ਾਇਨ ਜਿਲਦ 22 ਸਫਾ 246 ਦੇ ਵਿੱਚ ਹਕੀਕਤੁਲ ਵਹੀ 'ਚ ਆਪਣੀ ਪੇਸ਼ਗੋਈ ਦੇ ਹਵਾਲੇ ਦੇ ਵਿੱਚ ਫਰਮਾਉਂਦੇ ਨੇ, ਨਿਸ਼ਾਨ ਨੰਬਰ 85 'ਚ, एक मरतबा मैं कोलन ज़हीरी से सख्त बीमार हुआ और बुंड की राह से खून आता रहा और सख्त दर्द था और जो बयान से बाहर है। यानी मिर्जा साहब कहते हैं मेरी सच्चाई का निशान है कि 16 दिन मिर्जा साहब की बुंड दे विचों खून आता रहा। मतलब है कि अगर किसी कादियानी नूं पूरे 30 दिन ओदी बुंड दे विचों पेशाब आवे, ओदी बुंड दे विचों खून आवे तो मिर्जा साहब नालों भी वड्डा जिहड़ा ना वो नबी बन जाएगा जी। लो जी जी होली स्पिरिट साहब कोई गल बुरी लगी हो तो माजरत। ऐसा ना नामर्दमी दे हवाले ते मेरे कोल काफी सारे ने तो मैं क्या कि मैं ताड़ी जी जी तुसी दियो मैं तुसी वड्डे हो। ये लो जी कादियानियों पहला हवाला नामर्दमी का सुनो। शैतानी खजाइन की जिल्द 15 है, सफ़ा नंबर 203 है। किताब का नाम तरियाकुल कुलूब है। मिर्ज़ा कादियानी लिखता है कि एक इब्तला मुझको इस शादी के वक्त ये पेश आया कि बायस इसके कि मेरा दिल और दिमाग सख्त कमज़ोर था और मैं बहुत सारे अमराज का निशाना रह चुका था। देखें मैंने तो नहीं कहा, मिर्ज़ा खुद कह रहा है। और 2 मर्दें यानी डायबिटीज और दुराने सर यानी स्किज़ोफ्रीनिया। दुराने सर को मिराक लिखा है डॉक्टर इस्माइल ने, आपकी सीरतुल लांती जो सीरतुल मादी है तो उसने खुद बताया हमें कि मिराक, और मिराक आप रेख्ता डिक्शनरी में देख लें, उर्दू में कहें तो पागलपन, अंग्रेजी में कहें तो स्किज़ोफ्रीनिया। मेरा तर्जमा नहीं है। तो मिर्जा कहता है डायबिटीज और स्किज़ोफ्रीनिया कदीम से मेरे शामिल हाल थी, जिसके साथ बाज़ का तुशंजे कलब भी था, यानी कि दिल घबराता था, उसका धक ढक 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 करता था। और कहता है इसलिए मेरी हालत मर्दमी काल अदम थी,
और पिराना साली के रंग में मेरी जिंदगी थी। ले जी उसका कन्फेशन सुना है आपने कि खुसरा था मिर्जा कादियानी? ये ले जी आगे हवाला नोट करें, नज़ुलुल मसीह सेपरेट एडिशन वाली किताब है, उसका सफ़ा नंबर 587 है, बकिया पेशगोई नंबर 78 है। तो सुने जी, बकिया पेशगोई नंबर 78 को आप सारे लोग गौर से सुने। मिर्जा कादियानी लिखता है कि किसी तरह की तकलीफ पेश ना आई बल्कि हर तरह का आराम पहुंचा, और दूसरा बड़ा निशान ये है कि जब शादी के मुतल्लिक मुझ पर मुकद्दस वही नाजल हुई थी तो उस वक़्त मेरा दिल और दिमाग और जिस्म नहायत कमज़ोर था, और अलावा डायबिटीज़ और दुराने सर यानी स्किज़ोफ्रीनिया और तशंजे कलब दिक की बीमारी का असर, तो टीबीवीसी मिर्जे नू मिर्जैया सुनो, इसके साथ 10-10 बच्चे हर 2 साल बाद पैदा होता था, 1.5 साल बाद। दिक की बीमारी का असर भी बकुली दूर ना हुआ था। इस नहायत दर्जा के ज़ोफ में जब निकाह हुआ, मिर्जे ये सुनना जरा गौर ना, मलिक साहब गौर करो, कहते हैं इस नहायत दर्जा के ज़ोफ में जब निकाह हुआ तो बाज लोगों ने अफसोस किया क्योंकि मेरी हालत मर्दमी कालादम थी। लो जी, सारी दुनिया अफसोस कर रही है, मिर्ज़ैयो तुम्हें ही अफसोस नहीं होता, तुम तो हमदर्दी नहीं करते। और सुनो जी, मैं उसकी इंपोर्टेंस के मेरे पास इतने हवाले हैं कि आपके पास जगह कम हो जाएगी। ये सुने जी, हवाले दियो आज जी, मैं कहा तुसी हवाले दियो, हवाले लगाओ, दसो जरा इन्हों कि खुसरा सी। हाँ ना, नहीं पढ़ रहे हैं ना, मैं काम पर हूँ, जरा मैं हर हवाला जो मैं पढ़ूंगा रिकॉर्ड करो। जगह डॉक्टर साहब जगह बना लेंगे, अब हवाले बताएं बस। हाँ, जगह बहुत है। साहबे अहमद है, जिल्द सीस दाहम, ठीक, और इसमें मिर्जे की शादी का हालात बयान हो रहे हैं। तो ये सुने जी, कहता है कि मिर्जा जो भी था, कहता है एक रोज मुझे कहा मियां हामिद अली सफर पर जाना है, चुनाचा यक्का किराए पर लिया, और जब खाक रोबों के मोहल्ला के करीब पहुंचे तो मिर्जा इस्माइल बेग ने कहा कि मैं दिल्ली शादी करने के लिए जा रहा हूं, वहीं रुखसाना और वलीमा होगा, ये बात किसी को ना बताएं, मैं जाकर खत लिखूंगा, उस वक़्त सुल्तान अहमद की वालदा को बता देना। लो जी, है इस्लाम चो हवाला कट के ले आओ कि पहली बीवी को शादी करने के बाद बता रहा है, ये तो काफिर यहां हो गया। आगे सुने, ताकि मेरी वापसी तक वो रो दो बैठे। मतलब कितने आला अखलाक का बंदा था, पागल था मिर्जैयो, किसके पीछे लगे हो। आगे सुने, मैं हजूर की ये बात सुनकर सख्त हैरत ज़दा रह गया। ये जी हामिद अली का बयान है, मुझे ना कहना कि मैं कह रहा हूं। कहता है मुझे बखूबी इल्म था कि हुजूर इस वक्त अज़वाजी जिंदगी के काबिल ना थे, और अरसे से मुख्तलिफ हकीमों और तबीबों से नुस्खे मालूम करके नोट किया करता था और मिर्जे को खिलाता था। मतलब उसने तो हुजूर ही लिखा है, मतलब हुजूर से मिर्जा मुराद है, लेकिन किसी का असर ना होता था। मिर्जैयो, तुम्हारे तो अपने लोग कह रहे हैं नाकाबिले इलाज खुसरा था। अब आगे सुनो, कहते हैं मिर्जा इस्माइल की मौजूदगी में तो मैं अपने ताई बमुश्किल जब्त किया। हामिद अली कह रहे यार एडा खुसरा ते ब्याह करन ते 50 साल दी उम्र से जा रहा है, गौर करो जी। लेकिन नहर के पुल पर पहुंचे तो अर्ज किया आपकी हालत मुझ पर और आप पर मख्फी नहीं है, फिर आपने शादी का इरादा क्यों किया? हामिद अली मख्फी यानी छुपी हुई नहीं है। हाँ, छुपी नहीं है। कहता फिर आपने शादी का इरादा क्यों किया? फरमाया, यानी मिर्जे ने कहा आपकी बात दुरुस्त है। लो जी, सेल्फ कन्फेस्ड खुसरा, मिर्जैयो आ जाओ। और कहते हैं लेकिन मैं क्या करूं? अल्लाह ताला कहता है, मेरा एक सवाल बनता है, केड़ा अल्लाह ताला ये लाश, मेरा ना यार ये लाश पर कादियानी एतबार ना करो, इसलिए आज तक लो जी आधे से ज्यादा कादियानी नाम लिखवाने जाते हैं जाली खलीफे के पास। आज तक उसने अब्दुल जलाश किसी का नाम नहीं रखा। डॉक्टर साहब सवाल भी ले लो। हाँ जी, बताइए। सवाल मेरा है वे कि देखो मिर्जा अगर खुसरा सी
ਜੀ। ਤੇ ਕਾਦੀਆਨੀ ਭਾਈ ਜੀ ਇਹਦਾ ਸਾਨੂੰ ਸਬੂਤ ਵੀ ਦੇਣ ਕਿ ਉਸ ਦੌਰ ਦੇ ਵਿੱਚ ਮਿਰਜ਼ਾ ਫੰਕਸ਼ਨ ਕਰਨ ਵੀ ਜਾਂਦਾ। ये कादियानी ਕਾਦੀਆਨੀਆਂ ਕੋ ਸਵਾਲ ਹੈ ਸਾਡਾ। ਨਹੀਂ ਉਹ ਤੇ ਸਬੂਤ ਤੁਸੀਂ ਆ ਜਿਹੜੀ ਦੇ ਦਿੱਤਾ ਹੈ ਨਾ ਮਲਕ ਭਾਈ ਕਿ ਉਹ ਹੀਰਾ ਮੰਡੀ ਵੀ ਰਹਿੰਦਾ ਰਿਹਾ ਨਾ। ਨਹੀਂ ਉਹ ਮੈਂ ਕਹਿ ਰਿਹਾ ਮਿਰਜ਼ਾ ਖੁਦ ਜਿਹੜਾ ਨਾ ਫੰਕਸ਼ਨ ਕਰਨ ਜਾਂਦਾ ਜਾਂ ਕਾਦੀਆਨੀਆਂ ਕੋ ਸਵਾਲ ਲਓ। हाँ, कोई कादियानियों का सवाल नहीं है। अब मतलब कादियानियों को इतराज रहता है ना, तो आज एक सवाल मेरा भी है डॉक्टर साहब। जी जी हाँ, जे 20 साल तो जे पिछली बीवी ਨਾਲ 20 ਸਾਲ ਤੋਂ ਅਜ਼ਦਵਾਜੀ ਤਲਕਾਤ ਮੁਨਕਤੇ ਸਨ ਜੀ। ਤੇ ਉਹਦੀ ਇਹ ਹਕੀਮਾਂ ਕੋਲੋਂ ਨੁਸਖੇ ਕਿਉਂ ਇਕੱਠੇ ਕਰਦਾ ਸੀ? ਉਹ ਜਿਹੜਾ ਪਿਆਂਦਾ ਹੈ ਹਾਫਿਜ਼ ਅਹਿਮਦ ਸਿਆਲਕੋਟੀ ਵੀ ਹਕੀਮਾਂ ਕੋਲੋਂ ਨੁਸਖੇ ਇਕੱਠੇ ਕਰਦਾ ਸੀ। ਨੁਸਖੇ ਕਾਹਦੇ ਲਈ ਇਕੱਠੇ ਕਰਦਾ ਸੀ? ये बहुत ਆਮਰ ਭਾਈ ਇੱਥੇ ਤੁਸੀਂ ਇੱਕ ਹੋਰ ਵੀ ਗੱਲ ਤੁਸੀਂ ਭੁੱਲ ਗਏ ਹੋ ਕਿ ਕਾਦੀਆਨੀ ਕਹਿੰਦੇ ਮਿਰਜ਼ਾ ਸਾਹਿਬ ਤੇ ਬੜੇ ਵੱਡੇ ਹਕੀਮ ਸਨ। हाँ ਆਪ ਹਕੀਮ ਸੀ, ਹਕੀਮ ਇਬਨ ਹਕੀਮ ਸੀ, ਪਿਓ ਵੀ ਹਕੀਮ ਸੀ। ਇਹਦਾ ਪਿਓ ਵੀ ਹਕੀਮ ਸੀ। नहीं, ਹਾਂ ਤੇ ਆਪ ਨੁਸਖੇ ਕਿਸੇ ਕੋ ਲੈ ਰਿਹਾ। ये बातें के लिए तो मसरूर को भी नहीं पता होगी ये बात। ਇਹ ਤੇ ਉਹੀ ਗੱਲ ਹੋ ਗਈ, ਇੱਕ ਬੰਦਾ ਡਾਕਟਰ ਦੇ ਕੋਲ ਜਾਂਦਾ ਤੇ ਉਹ ਵੇਂਦਾ ਤੇ ਉਹ ਕਹਿੰਦਾ हाँ जी, ਇੱਕ ਬੰਦਾ ਡਾਕਟਰ ਦੇ ਕੋਲ ਜਾਂਦਾ ਤੇ ਉਹਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਗੱਲ ਇਦਾਂ ਦੀ ਹੈ ਕਿ ਮੈਨੂੰ ਨਾ ਇਹ ਮਰਜ਼ ਹੈ। ਤੇ ਉਹ ਨਾਲ ਹੀ ਬੈਠਿਆਂ ਨਾ ਵੇਂਦਾ ਵੇ ਕਿ ਦੂਸਰਾ ਡਾਕਟਰ ਉੱਥੇ ਬੈਠਾ। ਉਹਨੇ ਕਿਹਾ ਯਾਰ ਮੈਂ ਤੇ ਤੇਰੇ ਕੋਲ ਜਿਹੜਾ ਨਾ ਕੋਈ 6 ਮਹੀਨੇ ਦਵਾਈ ਖਾਧੀ ਹੈ ਤੇ ਮੈਨੂੰ ਫਰਕ ਨਹੀਂ ਪਿਆ ਹੈਗਾ, ਤੇ ਤੈਨੂੰ ਕੀ ਹੋਇਆ? ਕਹਿੰਦਾ ਮੇਰੀ ਵੀ ਤਬੀਅਤ ਖਰਾਬ ਹੈ, ਮੈਂ ਇਸ ਡਾਕਟਰ ਕੋਲ ਦਵਾਈ ਲੈਣ ਆਇਆ। नहीं आमिर भाई, ये सवाल बड़ा जबरदस्त है कि जब उससे ताल्लुक ही नहीं 23 साल। ਕਮੈਂਟ ਤੇ ਖੋਲ ਲਵੋ, ਕਮੈਂਟ ਵੀ ਖੋਲ ਲਓ ਤੇ ਇਹ ਲਈ ਆਈਡੀ ਬਣਾ ਦਿਓ ਮੌਲਵੀ अच्छा ਦੀ। अच्छा अली गल कर। अच्छा तो वो क्यों खाता था, किस लिए? हाँ और जो बच्चे हुए ना हुर्मत बीबी के, वो गुलाम कादर की औलाद है, दोनों पक्की बात है। क्योंकि जब लपेल ग्रिफन आया ना, पहला एडिशन जब उसने शाया किया तो उसने कुछ तहकीक की। उसने निज़ाम दीन से और इमाम दीन से, वो जो अपनी किताब एक और में लिखता है जहाँ पर कि ये किताब पंजाब चीफ मैंने कैसे लिखी, तो उसने इसके रिश्तेदारों से पूछा। इमाम दीन और निज़ाम दीन तो गुलाम महिउद्दीन के लड़के थे, इसके चाचा के बेटे थे। उसने कहा कि भाई ये तो उसके साथ रहता नहीं है, बच्चे की देने। मैं उठे जाके यार गुलाम कादर नहीं देखे तू वो देने। उन्हें चटपट किताब कड़ी मिर्जइयो गुलाम कादर के थले उन्हें लिखता सुल्तान अहमद हैं। नहीं लिखा हुआ है ना, मैं सफा लिखाना मेरा काम है। तो कादियानियों, लपेल ग्रिफिन और मॉरिसन जो दो माने हुए अंग्रेज थे, जिसको कहते हैं कि इन्वेस्टिगेटिव लिटरेचर का लिखने वाले, उनको कैसे गलती लगी कि सुल्तान अहमद गुलाम कादर की औलाद है? गलती नहीं है, बात ठीक है। इसीलिए तो मैं कहता हूँ पहले मुझे शक था कि शायद सुल्तान अहमद गुलाम कादर इसके लड़के हों, लेकिन जब इसकी डेट ऑफ बर्थ कंफर्म हुई ना जी, तो 1840 से इसकी 1851 में शादी हुई, तो ये तो 11 साल का बच्चा है। 11 साल का बच्चे को तो स्पर्म काउंट ही नहीं होता। मुझे ला के दिखाओ 11 साल का बच्चा जिसका स्पर्म काउंट उस लेवल पर पहुंचे कि वो रिप्रोडक्टिव हो जाए और उसका बच्चा हो सके। कम से कम 13-14 साल की उम्र में ऐसा शुरू होता है। और 1853 है तारीख पैदाइश सुल्तान अहमद की, और 1855 में फजल अहमद पैदा हो। तो मर्ज़इयो, ये बहुत बड़ा मसला है, तुम आके इसको हल करो, क्योंकि अब हमें पक्का यकीन है कि सुल्तान अहमद और फजल अहमद भी मिर्ज़ा कादियानी की औलाद नहीं है। भाई मेडिसिन तो यही कहती है। आगे सुने जी, ये एक हवाला है शैतानी खजाइन की जिल्द 9 है, सफ़ा नंबर 392 है। किताब का नाम है नूरुल कुरान नंबर 2। दूसरे पैराग्राफ में मिर्ज़ा लिखता है, क्या तुम्हें खबर नहीं, देखें अब मेरा फतवा नहीं है और तुसी कहते हो असी उन्होंने नबी मान लीए, ये देखें फतवा मेरा नहीं है। कहता है, क्या तुम्हें खबर नहीं कि मर्दमी और रजूलियत इंसान की सिफात महमूदा में से हैं। हिजड़ा होना अच्छी सिफत नहीं। अब कादियानी मुझे क्यों, यार तुम लोग क्यों मुझे कहते हो, तुमने खुद ही किताबों में लिखा है कि मिर्जा हिजड़ा था। हालत मर्दमी कद आदम होना, हिजड़ा होना मिर्जे ने उसकी डेफिनेशन की है।
आप मुझे बताओ कि जो खुद कहता है कि मर्दमी और रजूलियत इंसान की सिफात महमूदा में से है, हिजड़ा होना कोई अच्छी सिफत नहीं, जैसे कि बहरा और गूंगा होना किसी खूबी में दाखिल नहीं। तो मरसई हो, एक हिजड़े को हम कैसे नबी मान ले हैं? बाकी तो 1 लाख बातें और जो है वो छोड़ो, वो तो खुद कह रहा है कि मैं कोई बंदा नहीं। आगे सुनो जी, मकतूबात अहमद सफ़ा नंबर 27 जिल्द दोम मकतूब नंबर 15, इसके दरमियान में पहला खत के लिखता है, जब मैंने नई शादी की थी तो मुद्दत तक, देखो थोड़ी देर नहीं, मुद्दत तक मुझे यही यकीन रहा कि मैं नामर्द हूं। वो तो फिर उसने देखे कि यार ये तो बच्चे पैदा होने शुरू हो गए हैं, हो सकता है मैं ना हूं। ये टेलीपैथी से भी काम हो जाता है, क्योंकि इरेक्शन तो होती नहीं थी ना मिर्जे को। इरेक्टाइल इंपोर्टेंस तो हमें पता है, वो तो डायबिटीज की कॉम्प्लिकेशन है। और मैं सुनने वालों तुम्हें पक्का बताता हूं, मैं मेडिकल साइंटिस्ट हूं, जो भी मुझे 2 मिनट सुनता है उसको पता लग जाता है कि मैं फुली क्वालिफाइड हूं मेडिकल साइंस में। बात यह है कि डायबिटीज की जितनी भी 5 कॉम्प्लिकेशन होती हैं जी, मैं आपको बताऊं, अगर किसी को डायबिटीज है तो बात सुन ले मेरी। एक होती है उसके हाथ पैर सुन्न हो जाते हैं, इसको पेरिफेरल न्यूरोपैथी कहा जाता है। दूसरा उसका किडनी फेल हो जाता है, ठीक है। तीसरा उसको दिल की तकलीफ यानी कोरोनरी आर्टरी डिसीज हो जाती है। चौथा उसकी आंखों के पीछे ना वो अंधा होना शुरू होता है वैस्कुलर प्रोलिफरेशन की वजह से, जिसकी लेजर जिसका इलाज है। 5वां उसको स्ट्रोक का चांस बढ़ जाता है। मेडिकल साइंस ये कहती है, ये सारे मर्ज़ई गौर से सुनो, देखो तुम्हें मुफ्त में बता रहा हूं। नहीं वो जख्म हो जाता वो भी नहीं सब ठीक होता है, वो जो जख्म हो जाता है इनको डायबिटीज, जो जख्म हो जाता है वो ठीक हो जाता है अगर डायबिटीज कंट्रोल हो। ये 5 चीजें ठीक नहीं होती हैं आमिर भाई। वो जो जख्म बनते हैं ना, वो स्किन का एक डिसऑर्डर है जो हाइपरग्लाइसीमिया यानी ज्यादा शुगर से होता है, लेकिन उसको कंट्रोल करे ना तो वो ठीक हो जाता है। लेकिन ये जो 5 मैंने बताई हैं ये ठीक नहीं होती। ये 5 मेजर कॉम्प्लिकेशंस हैं। डायबिटीज का असूल है कि आप कॉम्प्लिकेशन को रोक सकते हैं डायबिटीज कंट्रोल करके, जैसे भी करें, इंसुलिन से करें, टैबलेट से करें, फूड से करें, 3 तरीके ही हैं। लेकिन अगर डायबिटीज की कॉम्प्लिकेशन हो जाए, रिकॉर्ड करो मुन्नू मिर्ज़ाइयो, सारे मुझे रिकॉर्डिंग करो मेरी, क्योंकि मैं आपको हकायक बताता हूं। ये जो 5 कॉम्प्लिकेशन मैंने बताई हैं, जिनमें इरेक्टाइल इंपोर्टेंस भी शामिल है क्योंकि ये वैस्कुलर डिफेक्ट है, और किडनी रीनल फेलियर भी है, कोरोनरी आर्टरी डिजीज भी है, और ये जो होती है रेटिनोपैथी उसको कहा जाता है, यानी आंखों की बीमारी, और पेरिफेरल न्यूरोपैथी यानी हाथ पैर सुन्न होना। जब हो जाती है ये कॉम्प्लिकेशन तो ये इरिवर्सिबल हैं। इसका मतलब है कि इनको आप खत्म नहीं कर सकते, रोक सकते हैं। अब बात यह है कि जब मेडिकल साइंस ने यह साबित कर दिया कि जिसको इरेक्टाइल इंपोर्टेंस होगी वो खत्म नहीं हो सकती, अगर एक दफा हो जाए तो रिपेयर आज भी नहीं हो सकती है। इसीलिए यूरोप में, मुझे पाकिस्तान का नहीं पता है, वहां खरीदनी पड़ती होगी, यूरोप में जो डायबिटिक होता है उसमें इरेक्टाइल इंपोर्टेंस यानी कि जो इरेक्शन होती है वो इतनी कम होने लगती है कि इनिशियल स्टेजेस में उसको एक दवाई देते हैं बड़ी मशहूर, उसका नाम है वियाग्रा, मुफ्त में मिलती है यूरोप में डायबिटीज के पेशेंट्स को। लेकिन अगर किसी को इरेक्टाइल इंपोर्टेंस मुकम्मल हो जाए तो वियाग्रा भी असर नहीं करती, सिर्फ इनिशियल स्टेज में करती है। अगर वियाग्रा भी होती ना तो मिर्जे की तब भी औलाद ना होती। आप समझे मेरी बात आराम से? तो भाइयों बात ये है कि मिर्जा जो है ना उसको यकीन रहा। आप मुझे बताओ कि उसकी पहली लड़की असमत, तो वो तो 10 महीने रह के आई अपने दिल्ली में बाप के पास, और आने के बाद 5 महीने बाद वो लड़की हो गई। यार ये तो बहुत बड़ा मसला है, ये प्रॉब्लम लोगों ने आपको बताई हुई है, आप इसको डिस्कस करो। मिर्जा बगैरत भी था और खुसरा भी था, अब क्या कहें आपको हम। ये देखें जी, ये सब कुछ लिखा हुआ है, मैंने आपको बहुत सारे रेफरेंसेस भी बता दिए हैं।
और एक और रेफरेंस सुन लें, ये मैं आपको बता देता हूँ पहले। आप ये तरियाकुल कुलूब का है, सफ़ा नंबर 35 है, मिर्ज़ा गुलाम कादियानी लिखने वाला है। तस्करा में भी ये है सफ़ा नंबर 129 पर, जो 1935 वाला एडिशन है, जाली एडिशन ना निकालना। इसमें लिखता है, एक इब्तला मुझको इस शादी के वक्त ये पेश आया कि बायस इसके कि मेरा दिल और दिमाग सख्त कमज़ोर था और मैं बहुत से अमराज का निशाना रह चुका था। मेरी हालत मादमी कलअदम थी और पेराना साली के रंग में मेरी ज़िंदगी थी। तो इसके अलावा भी मेरे पास बहुत सारे हैं इसके रेफरेंसेस, अगर किसी को चाहिए तो ये देखें। एक ये सीरतुल मादी जिसे आप कहते हो, सफ़ा नंबर 615, हिस्सा सोम है। यहाँ लिखता है कि एक दफ़ा मिर्ज़ा कादियानी ने, आपने तो जो कुछ लिखते हैं वो लिखा हुआ है, ने सिल दिक के मर्ज के लिए एक गोली बनाई। इसमें कोनीन और काफूर के अलावा फ्यून, भंग और दतूरा की बड़ी मिकदार शामिल थी। तो मैं आपको एक हवाला दिखाता हूँ कि मिर्ज़ा का, मैंने अभी वीडियो अपलोड की हुई है इसी अकाउंट पर, टिकटॉक पर। वहाँ पर मैंने लिखा हुआ है कि भंगी चरसी मिर्ज़ा, तो ये हवाला वहाँ भी लगा हुआ है। आप ज़रा इसका जवाब ढूंढ कर मुझे बताओ। ये जो है ना, मिर्ज़ा कादियानी ने एक जामे इश्क नामी दवाई बनाई थी, लेकिन जो मिर्ज़ा ताहिर है उसने अपनी किताब जो है होम्योपैथी की उसने एक लिखी। उसने वहाँ पर लिखा कि जो लोग अफीम खाते हैं, एक तो वो झूठ बोलते हैं और दूसरे वो नामर्द हो जाते हैं। तो ये बात क्या मिर्ज़ा कादियानी को मालूम थी? सुने जी, उसके अल्फाज सुने। ये मलफूजात की जिल्दों में सफ़ा नंबर 423 है। कहता है, हर एक शय के लिए 40 दिन ही है। बात यह है कि शराब और उसकी बैन भरा भंग, अफ्यून ऐसी ख़राब शय है कि इससे मिट्टी पलीद हो जाती है। और मिर्ज़े की मिट्टी तो ऐसे पलीद हो गई, सारी हराम की औलादें उसके यहाँ पैदा हुई। तो ये मैंने कहा कि किसी को ज़रा ज़्यादा हवाले चाहिए कि मिर्ज़े का एडमिशन कि मिर्ज़ा गुलाम कादियानी नामर्द था। तो भाइयों, बात आखिरी सवाल आपसे ये है कि जब मिर्ज़ा कादियानी इस कदर नामर्द था, अपने उसने खुद कहा है जी, और हम इसका यकीन करते हैं, मेडिकल साइंस उसकी कंफर्मेशन करती है कि मिर्ज़ा वाकई नाकाबिल इलाज नामर्द था। तो बच्चे कहाँ से आए, कहाँ से डाउनलोड किए चिराग बीबी ने और नुसरत जहाँ ने? बस इस बात का थोड़ा सा जवाब दे दें। आपको इनाम की रकम तो पता ही है। अगर आप उनमें से एक बच्चा भी मिर्ज़े का साबित करें नुसरत जहाँ से, तो जनाब आपका काम हो गया। आप आएँ, अपने पैसे वसूल करें, मुझे रिपोर्ट दिखाएं और बताएं कि किसने ये रिपोर्ट लिखी है। उसकी इंडिपेंडेंस मैं वेरीफाई करूँगा। मेरे पास बड़ा अच्छा तरीका है। मुझे जब कोई रिपोर्ट दिखाता है ना मेडिकल साइंस से रिलेटेड, तो हमारे पास एक डिपार्टमेंट है, वो उसको वेरीफाई कर लेता है 1 घंटे के अंदर। और आपने मेरे साथ जालसाजी की ना, तो उसका फिर जुर्माना पड़ेगा, ये भी मैं आपको बता दूँ। पैसे आपको देने पड़ेंगे, लेकिन अगर आपने सही रिपोर्ट दी 1 घंटे के अंदर आपको मैं पैसे ट्रांसफ़र कर दूंगा। आ जाओ जी सारे कादियान। हाँ जी, अब आप लोग जी, अस्सलाम वालेकुम। राजा साहब करिए थे। अस्सलामुअलैकुम। मैं बस एक आखिरी ईमेल लिख रहा हूँ, मैं आता हूँ। 1 मिनट डॉक्टर साहब ठीक है, जाइएगा। ठीक है, मैं एक ऐलान करना है, तो मैं चाहना तुम जरा आ जाओ तो फिर थोड़े सामने करने लगा। ऐसी गंदी कौम मत्थे लगी है, ऐसी गलीज कौम मत्थे लगी है। जी सर, मैं आ गया। मैं सिर्फ आखिरी कर लिख रहा हूँ। ठीक है। नहीं इजी हो जाओ, कोई नहीं। मैं क्या मकाल हो, कोई जल्दी मैं इधर पहले डॉक्टर साहब की सलाम दुआ कर रहा हूँ। डॉक्टर साहब अस्सलाम वालेकुम। वालेकुम अस्सलाम। राजा साहब क्या और हाल है? क्या हाल है? बड़ा अरसा हो गया कि हमारा टकराव नहीं हुआ। नहीं आप आते ही नहीं है। आता हूँ, टाइमिंग थोड़ी सी मुख्तलिफ मसरूफियत है। हो गई है। टाइमिंग थोड़ी मुख्तलिफ है। जी तो जिनको फिर इधर हम आमर भाई के गिरद होते हैं। नहीं मैं सुनता हूँ आपको काफ़ी जब वक्त होता है।
आज तो ये इतनी बदतमीजी कर रहे थे, मैंने अपनी एक मीटिंग कैंसिल की। मैंने कहा कि लंच से पहले की मेरी मीटिंग कैंसिल करो। अच्छा मैंने कहा इसे मैं भी अपना थोड़ा सा इनको बता दूं। वैसे तो आपकी और आमिर साहब की मौजूदगी में कुछ ऐड करने की जरूरत तो पड़ती नहीं है। नहीं डॉक्टर साहब अमर भाई आपका बहुत ज़्यादा शोर है। हाँ मैं म्यूट करता हूँ, मेरे पास सिग्नल की प्रॉब्लम है। जी अच्छा डॉक्टर साहब नहीं आपका जो होता है तज्जिया वो तो एक एक्सपर्टीज और प्रोफेशनलिज्म को तो हम बिल्कुल याद करते रहते हैं। नहीं, इस बात पर तो मेरा कादियानियत को चैलेंज है कि अगर मैं मेडिकली कभी गलत बात की है तो उसकी रिकॉर्डिंग लेकर मेरे पास आ जाओ, किसी इंडिपेंडेंट अथॉरिटी से हम वेरीफाई करा लें। मैं इनको मेडिसिन के असली हक़ाइक़ बताता हूँ। मैं मेडिकल साइंटिस्ट हूँ जी तो मुझे मेडिसिन को समझने में, किसी को इनफर्टाइल होने में, रेक्टाइल इम्पोर्टेंस होने में या स्किज़ोफ्रेनिक होने में कोई डाउट नहीं है मुझे। मैं अगर कोई चाहे तो मैं एक सर्टिफिकेट लिख कर भी लगा सकता हूँ और हर कादियानी को दे सकता हूँ। जो मैं बात कहता हूँ वो मेडिकल साइंस उसकी तस्दीक करती है। ठीक नहीं, ये तो देखें जिस बात का ये डिफेंड नहीं कर सकते फिर ऊपर ही नहीं आते। क्या डिफेंड करना है? आकर खराब गालियाँ देते हैं। इंसानों की तरह बात करें, हक़ाइक़ से बात करें तो हम बात करें। मैं तो कभी किसी को गाली नहीं दी। अभी देखा नहीं कितनी आके गालियाँ दे रहा था। तो मैंने कहा, जब मैं कहता हूँ मिर्ज़ा कादियानी जो है साइकोपैथ है, स्किज़ोफ्रेनिक है, तो भाइयों मैं तो सबूत देता हूँ आपको कि ये लिखा है जी उसकी किताबों में, ये सबूत हैं। ये मेजर क्राइटेरिया है डायग्नोसिस का, ये माइनर क्राइटेरिया। 4 घंटे की वीडियो है साइकेट्रिस्ट के साथ मेरी मिर्ज़े के दिमागी हालत पर बात हुई। वो हैरान रह गया कि इससे ज़्यादा परफेक्ट फिट स्किज़ोफ्रेनिया पर उसने कभी ना देखा ना सुना। वो वीडियो यूट्यूब पर डाली है आपने? हाँ, बशीर साहब के वाकिफ़ था तो उनके चैनल पर है। 4 घंटे की डिस्कशन है। वो ऑक्सफोर्ड यूनिवर्सिटी का ग्रेजुएट है, साइकेट्रिस्ट, और उसने ऑक्सफोर्ड यूनिवर्सिटी के लिए काम किया और फिर वो कहीं और काम कर रहा था जब मेरी उससे बात हुई। तो मतलब कंसल्टेंट साइकेट्रिस्ट है, मतलब सीनियर डॉक्टर है। अच्छा हाँ जी। मैं तो साइकेट्रिस्ट नहीं हूँ लेकिन मुझे मेडिसिन आती है। मैं मतलब एज ए जर्नलिस्ट तो हर एक पर कमेंट कर सकता हूँ। मेरी स्पेशलिटी मुख्तलिफ है। लेकिन हम गलती तो नहीं करते ना, क्योंकि जब मेडिसिन किसी को पढ़ाई जाती है तो एक बात होती है कि हर कोई जनरल टेक करता है हॉस्पिटल में, हर किस्म के मरीज़ भी देखता है, हर किस्म के कंडीशंस भी उसे इल्म होती हैं। ये जो डॉक्टर लोग हैं उन्हें पता है। कुछ हफ्ते सारे डिपार्टमेंट्स में भेजते हैं ना बंदे। नहीं, वो जब हॉस्पिटल की वर्किंग ऐसे है कि आजकल ज़्यादा स्पेशलिज्म आ गया है कि आप अपनी स्पेशलिटी के पेशेंट तो ओवरटेक कर लेते हैं, आप अपनी केयर में आ जाते हैं, आपकी वार्ड आपके में। लेकिन जब आप A&E जिसको कहते हैं यूरोप में, और ER कहते हैं इमरजेंसी रूम यूनाइटेड स्टेट्स में, तो उस दिन आप हर स्पेशलिटी का पेशेंट देते हैं। उसमें कभी कभी पागल भी आ जाते हैं। जी वो तो हर किस्म का बंदा आता है। हाँ जी, लेकिन आपको उसको डायग्नोस ठीक करना होता है। उसकी ट्रीटमेंट बहुत स्पेशलिस्ट होती है। लेकिन आपको अगर पता ना लगे कि इसका डायग्नोसिस क्या है, फिर आप उसको कैसे भेजेंगे उसके स्पेशलिस्ट के पास? जी हाँ, तो डायग्नोसिस उसको ठीक करना पड़ता है। कि डायग्नोसिस हर कोई डॉक्टर जो मेडिकल साइंटिस्ट है या मेडिसिन से ताल्लुक़ है वो डायग्नोस ठीक करते हैं। लेकिन जब ट्रीटमेंट का मामला आता है ना तो फिर तो ये तो बड़ी स्पेशलिस्ट बात होती है कि उसकी बड़ी फाइन ट्यूनिंग होती है जो स्पेशलिस्ट लोग होते हैं। तो हर कोई जो नॉन स्पेशलिस्ट है नहीं कर सकता। तो अब मैं तो अभी आया हूँ। आज मौजू क्या चल रहा है? नहीं, आज तो इन्होंने बड़ी बदतमीजी की रसूल पाक सल्लल्लाहु अलैहि वसल्लम की तौहीन रिसालत की है इन्होंने। और मैं तो कहता हूँ पाकिस्तान के जो है ना आईने पाकिस्तान। राजा साहब मैं सुनाता हूँ तफसील, अगर मेरे मोबाइल में ज़्यादा शोर अब नहीं है, वैसे तो मैं ड्राइव कर रहा हूँ, तो अगर ज़्यादा शोर नहीं है तो मैं सुनाता हूँ। बेहतर है। ये जो एक फुरकान है ना मिर्ज़ा, ये तो मुल्हिद है, मलेशिया का है, मैं जानता हूँ इसको। बड़ा पुराना व्हाट्सएप पे भी ये नबी पाक को गालियाँ दिया। लेकिन इसके साथ
6-7 कुत्ते और हैं, वो सारे नबी अलैहिस्सलाम की ज़ात पर ऐसे भौंक रहे होते हैं जैसे कोई बावले कुत्ते भौंकते हैं। बात यह है कि आज भी उसने वही तौहीन की है जो उसने 3-4 रोज पहले की थी। 3-4 रोज पहले भी उसने एक तौहीन की। वो जो 1122 है उसको हमने यहाँ बुला के उसके सामने बात रखी, आला हजरत वाली वो तहरीर जिसके साथ वो जोड़ा